ਦੁਨੀਆ ਹਫਤਾਵਾਰੀ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋ ਗਏ ਜੀ। ਧਰਮ ਅਤੇ ਸਮਾਜ। ਇਸ ਪ੍ਰੋਗਰਾਮ 'ਚ ਤੁਸੀਂ ਜਾਣਦੇ ਹੋ ਸਾਡੇ ਨਾਲ ਸਿੱਖ ਸਕਾਲਰ ਡਾਕਟਰ ਗੁਰਨਾਮ ਕੌਰ ਜੀ ਹਰ ਹਫ਼ਤੇ ਸਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦੇ ਕੇ ਜਾਂਦੇ ਨੇ। ਸਿੱਖ ਧਰਮ ਦੇ ਦਰਸ਼ਨ ਅਤੇ ਫਿਲਾਸਫੀ ਦੇ ਉੱਤੇ ਇਹਨਾਂ ਦੀ ਡੂੰਘੀ ਪਕੜ ਹੈ। ਲੰਬਾ ਸਮਾਂ ਯੂਨੀਵਰਸਿਟੀਆਂ 'ਚ ਪੜ੍ਹਾਇਆ ਔਰ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਦੇ ਕੰਮ ਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਹੈ ਜੀ। ਔਰ ਡਾਕਟਰ ਸਾਹਿਬ ਕੋਲੋਂ ਅਸੀਂ ਹਰ ਹਫ਼ਤੇ ਕੁਛ ਨਾ ਕੁਛ ਨਵੀਆਂ ਗੱਲਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਨੀ ਆ ਸਿੱਖ ਸੰਪਰਦਾਵਾਂ ਨੇ ਬਹੁਤ ਸਾਰੀਆਂ ਸਿੱਖ ਧਰਮ ਦੇ ਵਿੱਚ। ਹਾਂਜੀ, ਸਿੱਖ ਸੰਪਰਦਾਵਾਂ ਦੇ ਵਿੱਚ ਇੱਕ ਸੰਪਰਦਾ ਨਿਹੰਗ ਸਿੰਘਾਂ ਦੀ ਸੰਪਰਦਾ ਅੱਜ ਕੱਲ੍ਹ ਬਹੁਤ ਚਰਚਾ 'ਚ ਆ। ਵੈਸੇ ਤਾਂ ਡੇਰਾਵਾਦੀ ਸੰਪਰਦਾਵਾਂ ਵੀ ਬਹੁਤ ਨੇ ਔਰ ਧਰਮ ਦੇ ਵਿੱਚ ਜਿਸ ਤਰ੍ਹਾਂ ਅੱਗੇ ਚੱਲ ਕੇ ਆਪਾਂ ਕਿਸੇ ਦਿਨ ਡੇਰਾਵਾਦ 'ਤੇ ਵੀ ਗੱਲ ਕਰਾਂਗੇ। ਸਿੱਖ ਧਰਮ ਦੇ ਵਿੱਚ ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਸੇਧ ਲੈਣੀ ਸਿੱਖ ਨੇ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਸਾਡਾ ਜਿਹੜਾ ਸੋਰਸ ਹੋਣਾ ਚਾਹੀਦਾ, ਤੇ ਜਿਹੜਾ ਸੈਕੰਡਰੀ ਸਾਡੇ ਸੋਰਸਿਸ ਨੇ ਉਹ ਜਿਹੜੇ ਆ ਉਹ ਵੀ ਜਿਹੜੇ ਆ ਉਹ ਕਿਤੇ ਰਿਲਾਇਬਲ ਨਹੀਂ ਆ। ਜਿੱਦਾਂ ਅਸੀਂ ਬਾਕੀਆਂ ਗ੍ਰੰਥਾਂ ਦੀ ਗੱਲ ਕਰਦੇ ਹਾਂ, ਸੂਰਜ ਪ੍ਰਕਾਸ਼ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ ਹਮੇਸ਼ਾ। ਤੇ ਇਸੇ ਤਰ੍ਹਾਂ ਹੀ ਡੇਰਾਵਾਦ ਦੇ ਵਿੱਚ ਕਈ ਤਰ੍ਹਾਂ ਦੀਆਂ ਸਾਡੀਆਂ ਸੰਪਰਦਾਵਾਂ ਤੇ ਉਹਨਾਂ ਦੀਆਂ ਆਪੋ ਆਪਣੀਆਂ ਪਰੰਪਰਾਵਾਂ। ਪਰ ਜਿਹੜੀ ਨਿਹੰਗ ਸਿੰਘ ਦੀ ਪਰੰਪਰਾ ਆ, ਉਹਨਾਂ ਨੂੰ ਗੁਰੂ ਦੀਆਂ ਲਾੜਦੀਆਂ ਫੌਜਾਂ ਵੀ ਕਹਿੰਦੇ ਆ। ਔਰ ਪੁਰਾਤਨ ਜਿਹੜੀ ਸ਼ੈਲੀ ਆ ਉਹਨਾਂ ਦੀ ਜੀਵਨ ਢੰਗ ਹੈ, ਕਦੀ ਯਾਰ ਸਾਨੂੰ ਉੱਤੇ ਬਹੁਤ ਮਾਣ ਵੀ ਹੁੰਦਾ ਕਿ ਵਧੀਆ ਵੀ ਲੱਗਦਾ ਹੈ ਕਿ ਸਾਡੇ ਧਰਮ ਦੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸੈਕਟ ਨੇ ਉਹਨਾਂ ਵਿੱਚ ਇੱਕ ਨਿਹੰਗ ਸਿੰਘ ਪਰੰਪਰਾ ਹੈ। ਹਾਂਜੀ ਹਾਂਜੀ। ਪਰ ਪਿਛਲੇ ਦਿਨੀ ਕਿਉਂਕਿ ਇਸ ਵੇਲੇ ਇੱਕ ਕਹੀਏ ਸਿੱਧੇ ਤੌਰ ਤੇ ਕਿ ਉਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਵਾਲੀ ਗੱਲ ਬਣੀ ਪਈ ਆ ਸ਼ਾਹ ਮੁਹੰਮਦ ਦੇ ਕਹਿਣ ਵਾਂਗੂ। ਇੱਕ ਪਾਸੇ ਪੂਰਾ ਪੰਜਾਬ ਢੁੱਕਿਆ ਹੋਇਆ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ, ਕਿਉਂਕਿ ਪੰਜਾਬ ਦੀ ਜਿਹੜੀ ਰਹਿਤਲ ਹੈ, ਪੰਜਾਬ ਦਾ ਜਿਹੜਾ ਕਲਚਰ ਹੈ ਉਹ ਖੇਤੀਬਾੜੀ ਨਾਲ ਜੁੜਿਆ ਹੋਇਆ। ਖੇਤੀ ਸਾਡੇ ਲਈ ਕੋਈ ਧੰਦਾ ਨਹੀਂ ਕਹਿ ਸਕਦੇ ਉਹਨੂੰ, ਨਾ ਹੀ ਕੋਈ ਮਤਲਬ ਇਸ ਤਰ੍ਹਾਂ ਖੇਤੀ ਸਾਡਾ ਜੀਵਨ ਸ਼ੈਲੀ ਦਾ ਹਿੱਸਾ। ਬਿਲਕੁਲ ਬਿਲੁਲ ਜੀ। ਹਾਂਜੀ, ਤੇ ਕਿਉਂਕਿ ਸਾਰਾ ਜੀਵਨ ਯੁਕਤ ਹੈ ਉਹ, ਅਸੀਂ ਜਿਉਣਾ ਕਿਵੇਂ ਜੀਵਨ ਯੁਕਤ ਹੈ ਕਹਿੰਦੀ। ਤੇ ਸਾਰਾ ਪੰਜਾਬ ਜਿਹੜਾ ਜਿਹਦੇ ਕੋਲ ਨਹੀਂ ਵੀ ਖੇਤੀ ਦੇ ਦੋ ਖੱਤੇ ਹੈਗੇ ਉਹ ਵੀ ਜੁੜਿਆ ਹੋਇਆ ਤੇ ਸਾਰਾ ਇਨਡਾਇਰੈਕਟਲੀ ਸਾਰਾ ਪੰਜਾਬ ਜੁੜਿਆ ਹੋਇਆ ਜੀ। ਔਰ 32 ਦੇ ਕਰੀਬ ਜਥੇਬੰਦੀਆਂ ਜਿਹੜੀਆਂ ਪੰਜਾਬ ਤੋਂ ਨੇ, ਉਹ ਤੋਂ ਇਲਾਵਾ ਬਾਕੀ ਜਥੇਬੰਦੀਆਂ ਨੇ ਰਲ ਕੇ ਇੱਕ ਜਹਾਦ ਕਹਿ ਲਓ ਜਾਂ ਧਾਰਮਿਕ ਸ਼ਬਦ ਜਿਹੜਾ ਮੁਸਲਮਾਨ ਪਰੰਪਰਾ 'ਚ ਹੈ ਉਹ ਇੱਕ ਜਹਾਦ ਵਰਗੀ ਸਥਿਤੀ ਬਣੀ ਹੋਈ ਆ ਕਿ ਕਰੋ ਜਾਂ ਮਰੋ। ਤੇ ਇਸ ਦੌਰਾਨ ਇੱਕ ਘਟਨਾ ਹੋ ਜਾਂਦੀ ਸਿੰਘੂ ਬਾਰਡਰ ਤੇ। ਹਾਂਜੀ, ਉਹ ਵੀ ਮੜ ਦਿੱਤੀ ਜਾਂਦੀ ਆ ਸਾਡੇ ਆਪਣੇ ਹੀ ਸਿੱਖ ਧਰਮ ਦੇ ਜਿਹੜੇ ਪੈਰੋਕਾਰ ਆ ਉਹਨਾਂ ਦੇ ਸਿਰ ਤੇ। ਜਿਹੜੇ ਨਿਹੰਗ ਸਿੰਘ ਪਰੰਪਰਾ ਹੈ, ਤੇ ਨਿਹੰਗ ਸਿੰਘ ਪਰੰਪਰਾ ਜਿਵੇਂ ਮੈਂ ਕਿਹਾ ਕਿ ਸਾਡੇ ਇੱਕ ਐਸਾ ਸੈਕਟ ਹੈ ਜਿੱਥੇ ਅਸੀਂ ਮਾਣ ਵੀ ਬੜਾ ਕਰਦੇ ਹਾਂ ਤੇ ਕਈ ਵਾਰ ਉਹਨਾਂ ਬਾਰੇ ਬਹੁਤ ਕੁਝ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ। ਜਿਵੇਂ ਨਸ਼ਿਆਂ ਦਾ ਪ੍ਰਸਾਰ ਹੁੰਦਾ, ਸ਼ਰਦਾਈ ਦੇ ਵਿੱਚ ਉਹ ਸੁੱਖਾ ਪੀਣ ਵਾਲਾ ਕੰਮ ਜਾਂ ਕਿੱਦਾਂ ਨੈਗੇਟਿਵ ਚੀਜ਼ਾਂ ਵੀ ਬੜੀਆਂ ਆਉਂਦੀਆਂ। ਇਹਦੇ ਬਾਵਜੂਦ ਵੀ ਕਿਉਂਕਿ ਸਿੱਖ ਪਰੰਪਰਾ ਦਾ ਇੱਕ ਹਿੱਸਾ ਤੇ ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ, ਉਹਨਾਂ ਨੂੰ ਗੁਰੂ ਦੀਆਂ ਲਾੜਦੀਆਂ ਫੌਜਾਂ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੂੰਗਾ ਕਿ ਉੱਥੇ ਜਿਹੜੀ ਘਟਨਾ ਹੋਈ ਆ, ਫੌਰੀ ਤੁਹਾਡਾ ਕੀ ਰਿਐਕਸ਼ਨ ਆ ਕਿ ਇਹ ਇਸ ਤਰ੍ਹਾਂ ਦੀ ਘਟਨਾ ਸਿੱਖ ਸੰਪਰਦਾਵਾਂ ਨੂੰ ਕਰਨੀ ਚਾਹੀਦੀ ਕਿ ਨਹੀਂ, ਸਾਡੀਆਂ ਪਰੰਪਰਾਵਾਂ ਦੇ ਅਨੁਕੂਲ ਹੈ ਜਾਂ ਨਹੀਂ? ਦੇਖੋ, ਪਹਿਲੀ ਗੱਲ ਤਾਂ ਗਿੱਲ ਸਾਹਿਬ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਇੱਕਦਮ ਜਦੋਂ ਤੁਸੀਂ ਇਸ ਕਿਸਮ ਦੀ ਘਟਨਾ ਨੂੰ ਸੁਣਦੇ ਹੋ ਤੁਹਾਨੂੰ ਉਹ ਸ਼ੌਕਿੰਗ ਲੱਗਦੀ ਹੈ ਬਹੁਤ ਜ਼ਿਆਦਾ। ਮੈਨੂੰ ਵੀ ਬਹੁਤ ਸ਼ੌਕਿੰਗ ਲੱਗੀ ਸੀ। ਇਸ ਕਰਕੇ ਨਹੀਂ ਵੀ ਇੱਕ ਬੰਦਾ ਮਰ ਗਿਆ, ਬੰਦੇ ਦੀ ਜਾਨ ਬਹੁਤ ਕੀਮਤੀ ਹੁੰਦੀ ਹੈ। ਤੇ ਇਹ ਦੂਸਰਾ ਵੀ ਆਪਣਾ ਮਤਲਬ ਉਹਨੇ ਬੇਹੁਰਮਤੀ ਕੀਤੀ, ਸਰਬਲੋਹ ਗ੍ਰੰਥ ਸਰਬਲੋਹ ਪੋਥੀ ਹੈ ਜਿਹੜੀ ਸਾਡੀ ਉਹਦੀ ਬੇਅਦਬੀ ਦੇ ਸੰਬੰਧ ਦੇ ਵਿੱਚ। ਤੇ ਜਿਹੜੀ ਸਾਰਿਆਂ ਤੋਂ ਮੈਨੂੰ ਦੁਖਦਾਈ ਗੱਲ ਲੱਗੀ ਉਹ ਲੱਗੀ ਜਿਸ ਵੇਚ ਉਹਨੂੰ ਮਾਰਿਆ ਗਿਆ। ਪਰ ਇਸ ਤੋਂ ਵੀ ਪਹਿਲਾਂ ਜੇ ਆਪਾਂ ਇਹਦੀ ਥੋੜ੍ਹੀ ਆਪਾਂ ਨੂੰ ਬੈਕਗਰਾਊਂਡ ਵੱਲ ਜਾਣ ਦੀ ਜ਼ਰੂਰਤ ਹੈ। ਤੁਸੀਂ ਤਾਂ ਆਪਣਾ ਮਤਲਬ ਜਰਨਲਿਜ਼ਮ ਦਾ ਕੰਮ ਕਰਦੇ ਹੋ, ਤੁਹਾਨੂੰ ਯਾਦ ਹੋਏਗਾ ਸ਼ਾਇਦ ਜਦੋਂ ਬਿਲਕੁਲ ਪਹਿਲਾ ਮੋਰਚਾ ਉੱਥੇ ਸ਼ੁਰੂ ਹੋਇਆ ਹੀ ਹੈ, ਨਿਹੰਗ ਸਿੰਘ ਜਾ ਕੇ ਬਿਲਕੁਲ ਜਿੱਥੇ ਬੈਰੀਕੇਡ ਲਾਏ ਹੋਏ ਨੇ ਉੱਥੇ ਜਾ ਕੇ ਬੈਠੇ ਸੀ, ਮਤਲਬ ਸਟੇਜ ਤੋਂ ਵੀ ਅਗਲੇ ਪਾਸੇ ਬਾਰਡਰ ਵਾਲੇ ਪਾਸੇ। ਹਾਂਜੀ ਹਾਂਜੀ। ਤੇ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਜਿਹੜੀ ਸਟੇਜ ਹੈ ਉਹ ਤੋਂ ਕਾਫੀ ਜ਼ਿਆਦਾ ਅੱਗੇ ਨੇ ਉਹ ਵਿਚਾਲੇ ਥਾਂ ਖਾਲੀ। ਆਪਾਂ ਗਏ ਤਾਂ ਹੈ ਨਹੀਂ ਉੱਥੇ, ਉਦੋਂ ਬਾਅਦ ਇੰਡੀਆ ਨਹੀਂ ਗਏ, ਪਰ ਉਹ ਸਾਰਾ ਪਤਾ ਲੱਗਦਾ ਜਦੋਂ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ, ਖਾਸ ਕਰਕੇ TV ਦੇ ਉੱਤੇ ਸੁਣਦੇ ਹਾਂ, ਰੋਜ਼ ਦੇਖਦੇ ਹਾਂ। ਉਦੋਂ ਰਾਜੇਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਸਟੇਜ ਤੋਂ ਹੀ ਉਹਨਾਂ ਨੇ ਕਿਹਾ ਸੀ
ਉਹਨਾਂ ਨੇ ਕਿਹਾ ਸੀ ਵੀ ਨਿਹੰਗ ਸਿੰਘਾਂ ਨੂੰ ਮੈਂ ਬੇਨਤੀ ਕੀਤੀ ਹੈ, ਉਹਨਾਂ ਦੇ ਜਿਹੜੇ ਮੁਖੀਆ ਨੇ, ਜਥੇਦਾਰ ਨੇ, ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਉਹ ਆਪਣਾ ਜਿਹੜਾ ਹੈਗਾ ਇਹ ਸਥਾਨ ਹੈ, ਇਹ ਛਾਉਣੀ ਜਿਹੜੀ ਉਹਨਾਂ ਨੇ ਆਪਣੀ ਲਾਈ ਹੈ ਉਹ ਪਿੱਛੇ ਲੈ ਜਾਣ। ਤੇ ਫਿਰ ਤੁਹਾਨੂੰ ਸ਼ਾਇਦ ਯਾਦ ਹੋਵੇ ਵੀ ਕਈ ਇੱਕ ਸੀਨੀਅਰ ਪੱਤਰਕਾਰ, ਹੋਰ ਕੋਈ ਬੰਦੇ ਜਿਹੜੇ ਆਪਣੇ ਆਪ ਨੂੰ ਪ੍ਰੋ ਖਾਲਿਸਤਾਨੀ ਜਾਂ ਬਹੁਤ ਵਧੀਆ ਸਿੱਖ ਮੰਨਦੇ ਆ, ਉਹ ਮਗਰ ਪੈ ਗਏ ਰਾਜੇਵਾਲ ਦੇ, ਤੇ ਫੇਸਬੁੱਕ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਨੂੰ ਅਵਾ-ਤਵਾ ਵੀ ਬੋਲੇ। ਤੇ ਫਿਰ ਉਹਨਾਂ ਨੇ ਇਹ ਕਿਹਾ ਸੀ ਵੀ ਮੇਰੇ ਕਹਿਣ ਦਾ ਮਕਸਦ ਇਹ ਹੈ, ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੈ ਤਾਂ ਮੈਂ ਮਾफ़ੀ ਮੰਗਦਾ ਵੀ, ਪਰ ਮੈਨੂੰ ਇਹ ਹੈ ਜਦੋਂ ਤੁਸੀਂ ਨਿਸ਼ਾਨ ਸਾਹਿਬ ਉਹਦੇ 'ਤੇ ਲਾ ਕੇ ਲਿਆਉਂਦੇ ਹੋ, ਆਪਣੇ ਨੌਜਵਾਨ ਵੀ ਜਿਹੜੇ ਆਉਂਦੇ ਨੇ ਇਹਦੇ ਉੱਤੇ ਟਰੈਕਟਰਾਂ ਦੇ ਉੱਤੇ ਤੁਸੀਂ ਲਾ ਕੇ ਲਿਆਉਂਦੇ ਹੋ, ਜਾਂ ਨਿਹੰਗ ਸਿੰਘ ਨੇ, ਕਿਉਂਕਿ ਉਹ ਇੱਕ ਧਾਰਮਿਕ ਸੰਸਥਾ ਹੈ ਵੀ ਜੇ ਇੱਥੇ ਸਪੋਜ਼ ਕੀਤਾ ਕਿਸੇ ਨੇ ਕੋਈ ਪੋਲ ਹੈ ਜਿਹੜਾ ਨਿਸ਼ਾਨ ਸਾਹਿਬ ਦਾ, ਉਹੋ ਹੀ ਕਿਸੇ ਨੇ ਤੋੜ ਦਿੱਤਾ ਜਾਂ ਉਹਦੀ ਕੋਈ ਬੇਹੁਰਮਤੀ ਕੀਤੀ ਜਾਂ ਇਸ ਕਿਸਮ ਦਾ, ਜਿਵੇਂ ਹੁਣ ਨਿਹੰਗ ਸਿੰਘ ਤਾਂ ਜਿੱਥੇ ਜਾਂਦੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਨੇ, ਵੀ ਇੱਥੇ ਕੋਈ ਕਿਸੇ ਕਿਸਮ ਦੀ ਬੇਅਦਬੀ ਹੋਈ ਤਾਂ ਉਹ ਇਹ ਮੋਰਚੇ ਦਾ ਜਿਹੜਾ ਹੈਗਾ ਨਾ, ਉਹ ਤੁਸੀਂ ਕਹਿ ਲਓ ਜਿਸ ਸੇਧ 'ਚ ਜਾ ਰਿਹਾ ਉਹ ਚੀਜ਼ ਬਦਲ ਜੂਗੀ, ਉਹਦਾ ਇਫੈਕਟ ਬੈਡ ਪਊਗਾ ਮੋਰਚੇ ਦੇ ਉੱਤੇ। ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਹੋਈ ਹੈ, ਹੁਣ ਉਸ ਘਟਨਾ ਤੋਂ ਸਾਰਾ ਧਿਆਨ ਹਟ ਕੇ ਜਿੰਨਾ ਗੋਦੀ ਮੀਡੀਆ ਉਹਨੇ ਸਾਰਾ ਆਪਣਾ ਕੌਨਸੈਂਟਰੇਸ਼ਨ ਇਹ ਜਿਹੜੀ ਘਟਨਾ ਬਾਰਡਰ ਤੇ ਵਾਪਰੀ ਹੈ ਉਹਦੇ ਵੱਲ ਲਾ ਲਿਆ, ਤੇ ਦੂਜਾ ਕੋਈ ਉਹਨਾਂ ਨੂੰ ਤਾਲਿਬਾਨ ਬੋਲ ਰਿਹਾ, ਕੋਈ ਕੁਝ ਬੋਲ ਰਿਹਾ ਹੈ। ਜਾਣੀ ਜਿਸ ਚੀਜ਼ ਦਾ ਸੰਯੁਕਤ ਮੋਰਚੇ ਨੂੰ ਡਰ ਸੀਗਾ ਉਸ ਕਿਸਮ ਦਾ ਇਫੈਕਟ ਪੈ ਗਿਆ। ਇੱਕ ਤਾਂ ਉਹ ਵੱਡੀ ਘਟਨਾ ਹੈ ਲਖੀਮਪੁਰ ਦੀ, ਤੁਸੀਂ ਸ਼ਾਇਦ ਅੱਜ ਦੀ ਟ੍ਰਿਬਿਊਨ ਦੇਖੀ ਹੋਣੀ ਹੈ, ਮਤਲਬ ਕੱਲ੍ਹ ਨੂੰ ਜਿਹੜੀ ਆਉਣੀ ਹੈ ਟ੍ਰਿਬਿਊਨ, ਉੱਥੇ ਤਾਂ ਕਿਉਂਕਿ ਸਵੇਰ ਹੋਣ ਵਾਲੀ ਹੈ ਤੇ ਪਾ ਦਿੰਦੇ ਨੇ ਉਹਦੇ ਉੱਤੇ ਇੰਟਰਨੈਟ ਦੇ ਉੱਤੇ। ਉੱਥੇ ਹੁਣ ਅੱਜ ਖਬਰ ਲੱਗੀ ਹੋਈ ਹੈ ਕਿ BSF ਦੇ ਕੋਈ ਅਵਾਰਡ ਦੇਣੇ ਨੇ, ਉਹਨਾਂ ਦੇ ਵਿੱਚ ਅਵਾਰਡ ਦੇਣ ਦਾ ਜਿਹੜਾ ਕੰਮ ਨਿਭਾਉਣ ਲਈ ਆ ਰਿਹਾ ਉਹ ਤੁਹਾਨੂੰ ਪਤਾ ਕੌਣ ਹੈ? ਅਜੇ ਮਿਸ਼ਰਾ ਆ ਰਿਹਾ। ਜਾਣੀ ਧਿਆਨ ਜਿਹੜਾ ਕਿੱਧਰੋਂ ਕਿੱਥੇ ਦਾ ਸਾਰਾ ਮੋਰਚਾ ਉਹਦੇ ਖਿਲਾਫ ਲੱਗਿਆ ਹੋਇਆ ਸੀਗਾ ਅਜੇ ਮਿਸ਼ਰਾ ਦੇ, ਤੇ ਚਾਹੀਦਾ ਵੀ ਸੀਗਾ। ਤੇ ਇਸ ਘਟਨਾ ਨੇ ਜਿਹੜਾ ਹੈਗਾ ਅਟੈਂਸ਼ਨ ਡਾਈਵਰਟ ਕੀਤਾ, ਇਹ ਇਹਦਾ ਇੱਕ ਆਸਪੈਕਟ ਹੈ। ਜਿਸ ਗੱਲ ਤੋਂ ਡਰਦੇ ਸੀ ਉਹ ਗੱਲ ਹੋਈ ਹੈ। ਦੂਜੀ ਗੱਲ ਜਿਹੜੀ ਮੈਂ ਸਮਝਦੀ ਹਾਂ, ਦੇਖੋ ਪਹਿਲਾਂ ਤਾਂ ਬਹੁਤ ਕੁਛ ਇਹਦੇ 'ਤੇ ਆਇਆ ਬੋਲਿਆ ਗਿਆ, ਪਰ ਹੁਣ ਜਿਉਂ ਵੀਡੀਓਜ਼ ਆ ਰਹੀਆਂ ਨੇ, ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ, ਘੱਟੋ ਘੱਟ 6 ਜਿਹੜੀਆਂ ਹੈਗੀਆਂ ਨੇ ਫੋਟੋਆਂ ਇਸ ਕਿਸਮ ਦੀਆਂ ਆਈਆਂ ਨੇ, ਰਿਲੇ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਇਹ ਅਮਨ ਸਿੰਘ ਜਿਹੜਾ ਇਹ ਉਹ ਆਪਣਾ ਬੁੱਢਾ ਦਲ ਦਾ ਹੀ ਹੈ, ਇਹ ਉਹ ਘੋੜਿਆਂ ਦਾ ਜਿਹੜਾ ਹੁੰਦਾ ਹੈ ਅਸਤਬਲ, ਉਹਦਾ ਜਥੇਦਾਰ ਹੁੰਦਾ ਹੈ ਜਿਹੜਾ, ਇਹ ਉਹ ਜਥੇਦਾਰ ਹੈ ਹਨ। ਹਾਂਜੀ। ਤੇ ਇਹਦੀਆਂ ਉਹਦੇ ਵਿੱਚ ਖੇਤੀ ਮੰਤਰੀ, ਕੈਬਨਿਟ ਮਿਨਿਸਟਰ ਹੈ ਆਪਣਾ ਨਰਿੰਦਰ ਸਿੰਘ ਤੋਮਰ, ਤੇ ਉਹਦੇ ਵਿੱਚ ਜਿਹੜਾ ਰਾਜ ਮੰਤਰੀ ਹੈ ਖੇਤੀ ਦਾ ਤੇ ਕਿਸਾਨ ਭਲਾਈ ਦਾ, ਉਹ ਉਹਦੇ ਵਿੱਚ ਸ਼ਾਮਲ ਹੈ। 2 ਰਾਜਸਥਾਨ ਦੇ MP ਨੇ BJP ਦੇ, ਤੇ ਵਿੱਚ ਨਾਲ ਆਪਣਾ ਗੁਰਮੀਤ ਸਿੰਘ ਪਿੰਕੀ ਕੈਟ, ਹਾਂਜੀ ਉਹ ਹੈ ਨਾਲ, ਤੇ ਨਾਲ ਇੱਕ ਥਾਂ ਤੇ ਟੇਬਲ ਤੇ ਬੈਠੇ ਖਾਣਾ ਖਾ ਰਹੇ ਨੇ, ਦੂਜੇ ਥਾਂ ਦੇ ਉੱਤੇ ਆਪਣਾ ਸਰੋਪਾ ਪਾ ਰਹੇ ਨੇ, ਫਿਰ ਕਿਤੇ ਖੜਿਆਂ ਦੀ ਫੋਟੋ ਹੈ। ਜਾਣੀ 5-6 ਫੋਟੋਆਂ ਇਸ ਕਿਸਮ ਦੀਆਂ ਰਿਲੀਜ਼ ਹੋ ਚੁੱਕੀਆਂ। ਹੁਣ ਇਹਦੇ ਵਿੱਚ ਪ੍ਰੈਸ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਜਿਹੜਾ ਇੰਪਰੈਸ਼ਨ ਜਾਂਦਾ ਉਹ ਸਹੀ ਨਹੀਂ ਜਾਂਦਾ ਇੰਪਰੈਸ਼ਨ, ਹੈ ਨਾ। ਇੱਕ ਪਾਸੇ ਸੰਯੁਕਤ ਕਿਸਾਨ ਮੋਰਚੇ ਦੀ ਲੜਾਈ ਚੱਲ ਰਹੀ ਹੈ ਕਿ BJP ਦੇ ਜਿਹੜੇ ਮਿਨਿਸਟਰ ਨੇ ਜਾਂ BJP ਦੇ ਕੋਈ ਵੀ ਅਧਿਕਾਰੀ ਨੇ ਜਿਹੜੇ ਇਹਨਾਂ ਨੂੰ ਵੜਨ ਨਾ ਦਿਓ ਪਿੰਡਾਂ ਦੇ ਵਿੱਚ, ਇਹਨਾਂ ਦਾ ਵਿਰੋਧ ਕਰੋ ਤੁਸੀਂ। ਦੂਜੇ ਪਾਸੇ ਅਮਨ ਸਿੰਘ ਦੀਆਂ ਫੋਟੋਆਂ ਉਹਦੇ ਨਾਲ ਆਉਂਦੀਆਂ ਨੇ, ਉਹਦੇ ਨਾਲ ਇੱਕ ਡਾਊਟ ਕ੍ਰੀਏਟ ਹੋਇਆ, ਇੱਕ ਸ਼ੰਕਾ ਪੈਦਾ ਹੁੰਦੀ ਹੈ। ਦੂਸਰੇ ਪਾਸੇ ਤੁਸੀਂ ਦੇਖੋ ਵੀ ਜਿਸ ਢੰਗ ਨਾਲ ਬੰਦੇ ਨੂੰ ਮਾਰਿਆ, ਹੁਣ ਇਹ ਖਬਰਾਂ ਦੇ ਵਿੱਚ ਹੈ ਕਿ ਤਰਨਤਾਰਨ ਦੇ ਏਰੀਏ ਨੂੰ ਬਿਲੋਂਗ ਕਰਦਾ, ਉੱਥੇ ਉਹਦਾ ਨੇੜੇ ਪਿੰਡ ਹੈ ਚੀਮਾ ਕਲਾਂ, ਹਾਂ ਚੀਮਾ ਕਲਾਂ ਜਾਂ ਜੋ ਵੀ ਹੈਗਾ, ਤੇ ਉੱਥੋਂ ਉਹ ਕਹਿੰਦੇ ਵੀ ਉਹ ਤਰਨਤਾਰਨ ਤੱਕ ਨਹੀਂ ਜਾ ਸਕਦਾ, ਅੰਮ੍ਰਿਤਸਰ ਤੱਕ ਨਹੀਂ ਜਾ ਸਕਦਾ। ਨਸ਼ਈ ਅਮਲੀ ਬੰਦਾ ਸੀਗਾ, ਨਸ਼ਈ ਅਮਲੀ ਬੰਦਾ ਸੀ। ਤੇ ਉਹ ਉੱਥੇ ਆਇਆ ਕਿਵੇਂ, ਮੋਰਚੇ ਤੇ ਕਿਵੇਂ ਪਹੁੰਚਿਆ? 2 ਦਿਨ ਪਹਿਲਾਂ ਆਇਆ ਉਹ। ਤੀਸਰੀ ਗੱਲ ਜਿਹੜੀ ਉਹਦੇ ਨਾਲ ਜੁੜੀ ਹੋਈ ਹੈ ਉਹ ਇਹ ਹੈ ਕਿ ਉਹਨੂੰ ਕਿਸੇ ਬੰਦੇ ਦੇ ਫੋਨ ਆਉਂਦੇ ਰਹੇ, ਜਾਣੀ ਹਰ ਰੋਜ਼ ਨਿੱਤ ਨਵੇਂ ਖੁਲਾਸੇ ਇਹ ਹੁੰਦੇ ਨੇ, ਹੈ ਨਾ। ਮੈਂ ਸਮਝਦੀ ਹਾਂ, ਦੇਖੋ ਬੀਇੰਗ ਰਿਲੀਜੀਅਸ, ਪਹਿਲਾਂ ਉਹਨਾਂ ਦੀ ਆਇਆ ਬਿਆਨ ਇਹ ਕਿ 5-6 ਬਿਆਨ ਆਏ ਸੀ, ਸਭ ਦੇ ਅਲੱਗ-ਅਲੱਗ ਵਰਸ਼ਨ ਸੀਗੀ।
ਤੇ ਉਹ ਕਹਿੰਦੇ ਵੀ ਸਰਬਲੋਹ ਗ੍ਰੰਥ ਹੈ ਜਿਹੜਾ ਉਹਨੂੰ ਉਹਦੀ ਬੇਹਰਮਤੀ ਕਰਦਾ ਸੀ। ਫਿਰ ਉਹ ਇਹਦੇ ਤੇ ਆ ਗਏ ਕਿ ਉਹ ਵੀਡੀਓ ਹਟਾਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹ ਕਰ ਰਹੇ ਸੀਗੇ। ਇਹ ਬਿਲਕੁਲ ਸਹੀ ਗੱਲ ਹੈ ਕਿ ਜਿੰਨੀਆਂ ਬੇਅਦਬੀਆਂ ਹੋਈਆਂ ਨੇ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਹੁਣ ਤੱਕ। ਪਰ ਫਿਰ ਵੀ ਇਹ ਸਦੀ ਹੈ ਜਿਹੜੀ 21ਵੀਂ ਸਦੀ ਜਾ ਰਹੀ ਹੈ, ਚਾਹੇ ਕਾਨੂੰਨ ਨਹੀਂ ਇਨਸਾਫ ਦਿੰਦਾ ਪਰ ਕਾਨੂੰਨ ਦੀਆਂ ਧਾਰਾ ਤਾਂ ਹੈਗੀਆਂ ਨੇ ਨਾ। ਆਪਾਂ ਕਾਨੂੰਨ ਨੂੰ ਕੁਝ ਵੀ ਹੋਵੇ ਆਪਾਂ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦੇ ਹੈਗੇ ਜੀ, ਹੈ ਨਾ। ਬਿਲਕੁਲ। ਤੇ ਹੋਰ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੈ, ਨਾਲ ਉਹ ਆਪ ਹੀ ਕਹਿੰਦੇ ਨੇ ਵੀ ਇਸ ਬੰਦੇ ਨੂੰ, ਉਹ ਕਹਿੰਦਾ ਵੀ ਮੈਨੂੰ ਕਿਸੇ ਨੇ 30,000 ਰੁਪਈਆ ਦਿੱਤਾ ਸੀਗਾ ਤੇ ਵੀ ਅਸੀਂ ਫਿਰ ਉਹਨੇ 20 ਬੰਦਿਆਂ ਨੂੰ 30,000 ਕਹਿੰਦੇ ਆ, 19 ਬੰਦੇ ਹੋਰ ਵੀ ਨੇ ਤੇ ਸਾਨੂੰ ਇੱਥੇ ਭੇਜਿਆ ਸੀ। ਹੁਣ ਜਦ ਤੁਸੀਂ ਇੱਕ ਸਬੂਤ ਹੀ ਖਤਮ ਕਰਤਾ। ਦੇਖੋ ਕੋਈ ਏਜੰਸੀਆਂ ਵੀ ਕੋਈ ਵੀ ਫੜਦਾ ਬੰਦਿਆਂ ਨੂੰ ਮਾਰਦੇ ਨਹੀਂ ਹੈਗੇ, ਉਹ ਮਾਰਦੇ ਇਸ ਕਰਕੇ ਨਹੀਂ ਕਿ ਬੰਦੇ ਦੇ ਮਰਨ ਦੇ ਨਾਲ ਇੱਕ ਸਬੂਤ ਖਤਮ ਹੋ ਜਾਂਦਾ। ਸਪੋਜ਼ ਕੀਤਾ ਉਹਦੇ ਨਾਲ ਹੋਰ ਬੰਦੇ ਆਏ ਹੋਏ ਨੇ ਇਸ ਕਿਸਮ ਦੇ ਹੈਗੇ ਨੇ, ਤੇ ਉਹ ਜਦੋਂ ਉਹ ਬੰਦਾ ਹੀ ਮਰ ਗਿਆ ਉਹ ਕਿਵੇਂ ਪਤਾ ਲੱਗੂਗਾ ਵੀ ਉਹ ਬੰਦੇ ਕੌਣ ਨੇ, ਤੇ ਇਹ ਕਿਵੇਂ ਪਤਾ ਲੱਗੂਗਾ ਭੇਜਿਆ ਕਿਹਨੇ ਆ, ਹੈ ਨਾ। ਹੁਣ ਤਾਂ ਜਿਹੜੀਆਂ ਇਹ ਫੋਟੋਆਂ ਆਈਆਂ ਨੇ ਉਹ ਭਾਵੇਂ ਅਮਨ ਸਿੰਘ ਆਪਣਾ ਵੱਖ-ਵੱਖ ਬਿਆਨ ਦੇ ਰਹੇ ਨੇ ਵੀ ਨਹੀਂ ਮੈਂ ਤਾਂ ਸਮਝੌਤਾ ਕਰਾਉਣ ਗਿਆ ਸੀ। ਪਹਿਲੀ ਗੱਲ ਤਾਂ ਇਹ ਹੈ ਗਿੱਲ ਸਾਹਿਬ, ਜਦੋਂ ਤੁਸੀਂ ਬੜੇ ਲੋਕਾਂ ਨੇ ਰੌਲਾ ਪਾਇਆ ਵੀ ਨਹੀਂ ਜੀ ਉਹ ਉੱਥੇ ਬੈਠੇ ਨੇ ਆਪਣੇ ਆਪ ਆਏ ਨੇ ਉੱਥੇ, ਜੇ ਸੰਗਤ ਕਹੂਗੀ ਉੱਠ ਜਾਵਾਂਗੇ। ਜੇ ਸਪੋਜ਼ ਕੀਤਾ ਆਪਾਂ ਵੀ ਇੱਥੋਂ ਜਾਂਦੇ ਹਾਂ ਜਾਂ ਬਾਹਰੋਂ ਕੋਈ ਗਰੁੱਪ ਜਾਂਦਾ, ਕਿਤੋਂ ਵੀ ਕੋਈ ਗਰੁੱਪ ਜਾਂਦਾ, ਸੰਯੁਕਤ ਕਿਸਾਨ ਮੋਰਚੇ ਜਦ ਕਮਾਨ ਉਹਨਾਂ ਨੇ ਸੰਭਾਲੀ ਹੋਈ, ਆਪਾਂ ਕਿਤੇ ਵੀ ਜਾ ਕੇ ਬੈਠਦੇ ਹਾਂ ਕਿਸੇ ਐਜੀਟੇਸ਼ਨ ਦੇ ਵਿੱਚ, ਕਿਸੇ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਹਾਂ, ਜਦੋਂ ਅਸੀਂ ਉਹਦਾ ਹਿੱਸਾ ਬਣਦੇ ਹਾਂ ਸਾਨੂੰ ਉਹਨਾਂ ਦੇ ਹਿਸਾਬ ਕਿਤਾਬ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਨਾ। ਜਿੱਥੇ ਸਾਨੂੰ ਆਥੋਰਾਈਜ਼ ਨਹੀਂ ਕੀਤਾ ਗਿਆ ਹੈਗਾ, ਅਸੀਂ ਸਮਝੌਤਾ ਕਰਨ ਵਾਲੇ ਅੱਗੇ ਜਾ ਕੇ ਕੌਣ ਹੁੰਦੇ ਆ ਜੀ। ਤੇ ਫਿਰ ਆ ਕੇ ਇੰਨੀ ਦੇਰ ਖੁਲਾਸਾ ਨਹੀਂ ਕੀਤਾ। ਹੁਣ ਜਦੋਂ ਫੋਟੋਆਂ ਆ ਗਈਆਂ ਉਦੋਂ ਇਹ ਕਹਿ ਰਹੇ ਨੇ ਵੀ ਅਸੀਂ ਉਹ ਕਰ ਰਹੇ ਹਾਂ। ਬੜਾ ਕਨਫਿਊਜ਼ਨ ਡਾਕਟਰ ਸਾਹਿਬ, ਤੇ ਬੜੇ ਹੀ ਉਹਨਾਂ ਦੇ ਵੇਵਰਿੰਗ ਤਰ੍ਹਾਂ ਦੇ ਬਿਆਨ ਆ ਰਹੇ ਆ। ਆਪਾਂ ਇੱਥੇ ਗੱਲ ਹੋਰ ਕਰਾਂਗੇ, ਪਰ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਨ ਵਾਲੀ ਆ ਕਿ ਜਿਹੜੇ ਤੁਸੀਂ ਸ਼ੁਰੂ 'ਚ ਕੀਤਾ ਕਿ ਬਲਬੀਰ ਸਿੰਘ ਰਾਜੇਵਾਲ ਸਭ ਤੋਂ ਸੀਨੀਅਰ ਲੀਡਰ ਨੇ ਤੇ ਲਗਭਗ 50 ਸਾਲ ਤੋਂ ਲੈ ਰਹੇ ਨੇ ਉਹ ਸਾਰੇ ਹੀ ਕਿਸਾਨ ਹੱਕਾਂ ਦੇ ਲਈ ਲੜ ਰਹੇ ਨੇ। ਹਾਲਾਂ ਸਭ ਤੋਂ ਵੱਡੀ ਜਥੇਬੰਦੀ ਜੋਗਿੰਦਰ ਸਿੰਘ ਉਗਰਾਹਾਂ ਵਾਲੀ ਆ, ਪਰ ਸਾਰੇ ਜਾਣੇ ਯੂਨਾਨੀ ਮਸਲੀ ਉਹਨਾਂ ਨੂੰ ਆਪਣਾ ਲੀਡਰ ਮੰਨ ਕੇ ਚੱਲੇ ਹੋਏ। ਸਾਰੀਆਂ ਦੇ ਵਿੱਚ ਸੀਨੀਅਰ ਹੋਣ ਕਰਕੇ ਫਾਈਟਰ ਦੇ ਤੌਰ ਦੇ ਉੱਤੇ ਵੀ ਮਤਲਬ ਵੀ ਉਹ ਜ਼ਿਆਦਾ ਦੇਰ ਤੋਂ ਉਹਨਾਂ ਨੂੰ ਉਹਨਾਂ ਤੇ ਕੋਈ ਐਸਾ ਇਲਜ਼ਾਮ ਵੀ ਨਹੀਂ ਆ, ਕਿਉਂਕਿ ਉਹਨਾਂ ਦਾ ਸਾਫ਼ ਜਿਹੜਾ ਸਾਰਾ ਪਿਛਲਾ ਜਿਹੜਾ ਕਿਰਦਾਰ ਹੈ ਉਹਦਾ ਕਰਕੇ ਵੀ ਮਤਲਬ ਸਾਰੀਆਂ ਹੀ ਜਿਹੜੀਆਂ ਯੂਨੀਅਨ ਨੇ, ਚਾਹੇ ਉਹਨਾਂ ਦੇ ਵਿਚਾਰ ਕੋਈ ਵੀ ਹੋਣ, ਚਾਹੇ ਉਹ ਲੈਫਟ ਦੇ ਹੋਣ, ਮੇਰੇ ਇਲਾਕੇ ਨੂੰ ਬਿਲੋਂਗ ਕਰਦੇ ਨੇ, ਮੈਂ ਬਹੁਤ ਸਾਲਾਂ ਤੋਂ ਉਹਨਾਂ ਨੂੰ ਲਗਭਗ ਸਾਰਿਆਂ ਨੇ ਆਪਣੇ ਆਗੂ ਵਜੋਂ ਜਿਹੜਾ ਸਵੀਕਾਰ ਕੀਤਾ ਹੋਇਆ। ਤੇ ਉਹਨਾਂ ਦੀ ਜਿੰਨੀ ਵੀ ਵਾਰ ਉਹਨਾਂ ਨੇ ਕੋਈ ਬਿਆਨ ਦਿੱਤਾ ਬੜਾ ਸੰਕੋਚ ਕੇ ਔਰ ਬੜਾ ਬੈਲੈਂਸ ਉਹਨਾਂ ਦੀ ਅਪਰੋਚ ਹੋਈ ਆ। ਬਹੁਤ ਇਲਜ਼ਾਮ ਲੱਗੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਆਪਣਾ ਚਿਹਰਾ ਬਣਾਉਣਾ ਚਾਹੁੰਦੀ ਆ, ਹੋਰ ਕਈ ਕੁਝ ਇਦਾਂ ਹੈ, ਪਰ ਉਹਨਾਂ ਨੇ ਹਮੇਸ਼ਾ ਜੇ ਕਿਸੇ ਚੀਜ਼ ਦਾ ਖੰਡਨ ਵੀ ਕੀਤਾ ਤੇ ਬੜੇ ਬੈਲੈਂਸ ਤਰੀਕੇ ਨਾਲ ਕੀਤਾ, ਕੋਈ ਭਾਵਕ ਹੋ ਕੇ ਨਹੀਂ ਕੀਤਾ। ਜਿਹੜੀ ਗੱਲ ਤੁਸੀਂ ਕੀਤੀ ਆ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਉਹਨਾਂ ਰਿਕੁਐਸਟ ਕੀਤੀ ਸੀਗੀ ਕਿ ਨਿਹੰਗ ਸਿੰਘਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਥੋੜਾ ਜਿਹਾ ਆਪਣਾ ਚੌਣੀ ਬਦਲ ਕੇ ਪਿੱਛੇ ਆ ਜਾਣ, ਤੇ ਜਿਹੜਾ ਵਾਵੇਲਾ ਖੜਾ ਆ ਤੁਸੀਂ ਉਹ ਵੀ ਦੱਸ ਦਿੱਤਾ। ਦੂਜੀ ਵੱਡੀ ਗੱਲ ਇਹ ਸੀ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਤੇ ਉਸ ਤਰ੍ਹਾਂ ਜਿਹੜੇ ਅਸੀਂ ਝੰਡੇ ਕਿਸਾਨੀ ਝੰਡਿਆਂ ਦਾ ਫਰਕ ਵੀ ਉਹਨਾਂ ਨੇ ਕਿਹਾ ਕਿ ਇੱਥੇ ਸਾਡੀ ਆਸਥਾ ਦਾ ਮਸਲਾ ਹੈ, ਤੇ ਕਿਉਂਕਿ ਕੋਈ ਵੀ ਮੰਦਭਾਗੀ ਘਟਨਾ ਹੋ ਗਈ ਤੇ ਸਾਰਿਆਂ ਦਾ ਜਿਹੜਾ ਬਿਲਕੁਲ ਉਲਟ ਹੋ ਜਾਊਗਾ ਨਾ ਸਾਰਾ ਕੁਝ। ਜਿਵੇਂ 26 ਜਨਵਰੀ ਤੋਂ ਬਾਅਦ ਵੀ ਦਿਸ਼ਾ ਬਦਲੇ ਗਈ ਸੀ ਇੱਕ ਵਾਰੀ ਤਾਂ, ਪਰ ਉਹਨਾਂ ਦੇ ਇਸ ਬਿਆਨ ਨੂੰ ਇਸ ਸੰਦਰਭ 'ਚ ਨਹੀਂ ਸੀ ਉਦੋਂ ਵੇਖਿਆ ਗਿਆ। ਲੋਕਾਂ ਨੇ ਉਹਨਾਂ ਨੂੰ ਇਹ ਕਹਿਤਾ ਕਿ ਇਹ ਤੇ ਕਾਮਰੇਡਾਂ ਵਾਲੇ ਬਿਆਨ ਨੇ ਜੀ, ਇਹ ਧਰਮ ਨੂੰ ਪਿੱਛੇ ਕਰਨਾ ਚਾਹੁੰਦੇ ਆ ਜੀ, ਨਿਸ਼ਾਨ ਸਾਹਿਬ ਨੂੰ ਇਦਾਂ ਕਰਨਾ ਚਾਹੁੰਦੇ, ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਪਰ ਫਿਰ ਵੀ ਮੋਰਚੇ ਨੇ ਬੜਾ ਸਪਸ਼ਟ ਸਟੈਂਡ ਲਿਆ ਸੀ ਉਦੋਂ ਵੀ। ਹੁਣ ਵਾਲੀ ਘਟਨਾ ਤੋਂ ਬਾਅਦ ਵੀ ਫੌਰੀ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ, ਮੈਂ ਰਾਜੇਵਾਲ ਰਾਂ ਤੋਂ ਨਹੀਂ ਸੁਣਿਆ, ਡੱਲੇਵਾਲ ਰਾਂ ਨੂੰ ਪ੍ਰੈਸ ਕਾਨਫਰੰਸ ਸੁਣਿਆ, ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਕਿਉਂਕਿ ਇੱਕ ਮੋਰਚਾ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਪ੍ਰਸਿੱਧੀ ਹਾਸਲ ਕਰ ਚੁੱਕਾ, ਇਹਦੇ ਲਈ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਨੇ, ਸਾਡੀ ਹਮਾਇਤ ਕਰਨ ਆਉਂਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਮੋਰਚੇ ਦਾ ਹਿੱਸਾ ਨਹੀਂ। ਤੇ ਉਹਨਾਂ ਨੇ ਬੜਾ ਸਪਸ਼ਟ ਰੂਪ ਚ ਕਿਹਾ ਕਿ ਜਿਹੜੇ ਨਿਹੰਗ ਸਿੰਘ ਨੇ ਇਹ ਕਿਸੇ ਤਰ੍ਹਾਂ ਵੀ ਸਿੱਖ ਮੋਰਚੇ ਦਾ ਹਿੱਸਾ ਨਹੀਂ ਨੇ, ਸਾਡੇ ਹਮਾਇਤੀ ਹੋ ਸਕਦੇ ਨੇ, ਉਸ ਕਾਜ ਨਾਲ ਸਮਰਪਿਤ ਹੋ ਸਕਦੇ ਨੇ, ਪਰ ਕਿਉਂਕਿ ਉਹ ਸਾਡੇ ਬੱਤੀਆਂ ਦੇ ਵਿੱਚ ਸ਼ਾਮਲ ਨਹੀਂ, ਇਸ ਕਰਕੇ ਅਸੀਂ ਉਹਨਾਂ ਨੂੰ ਮੋਰਚੇ ਦਾ ਹਿੱਸਾ ਕੰਸੀਡਰ ਨਹੀਂ ਕਰਦੇ। ਤੇ ਜੋ ਕੁਝ ਹੋਇਆ ਉਹਦੇ ਲਈ ਕਿਸੇ ਤਰੀਕੇ ਨਾਲ ਵੀ ਸੰਯੁਕਤ ਕਿਸਾਨ ਮੋਰਚਾ ਜ਼ਿੰਮੇਵਾਰ ਨਹੀਂ ਹੈ। ਬਿਲਕੁਲ ਜੇ ਉਹ ਕਿਤੇ ਥੋੜਾ ਬਹੁਤਾ ਨੇੜੇ ਨੇ ਉਹ ਤਾਂ ਉਹ ਜਿਹੜੀ ਪੰਨੂ ਭੰਦੇਰ ਵਾਲੀ ਜਥੇਬੰਦੀ ਆ, ਉਹਨਾਂ ਦਾ ਪੱਖ ਪੂਰਦੀ ਰਹੀ ਹੈ, ਨਿਹੰਗ ਸਿੰਘਾਂ ਦਾ ਨਿਹੰਗ ਸਿੰਘ ਉਹਨਾਂ ਦਾ ਪੂਰਦੇ ਰਹੇ ਆ। ਤੇ ਇਹ ਜਵਾਬਦਾਰੀ ਜੇ ਥੋੜੀ ਬਹੁਤੀ ਬਣਦੀ ਹੈ ਤਾਂ ਪੰਨੂ ਭੰਦੇਰਾਂ ਨੂੰ ਦੇਣੀ ਚਾਹੀਦੀ ਆ
ਜਿਹੜੇ ਦੀਪ ਸਿੱਧੂ ਹੋਰਾਂ ਨੂੰ ਵੀ ਕਹਿੰਦੇ ਸੀ ਕਿ ਉਹ ਠੀਕ ਨੇ। ਹਾਂਜੀ ਬਾਕੀ 32 ਜਥੇਬੰਦੀਆਂ ਚੋਂ ਕਿਸੇ ਜਥੇਬੰਦੀ ਨੇ ਵੀ ਇਹ ਗੱਲ ਨੂੰ ਸਵੀਕਾਰ ਨਹੀਂ ਸੀ ਕੀਤਾ ਤੇ ਅੱਜ ਵੀ ਨਹੀਂ ਕੀਤਾ। ਹਾਂਜੀ ਹਨਾ, ਇੱਕ ਤੇ ਇਹ ਸਪਸ਼ਟ ਹੋ ਗਿਆ ਕਿ ਕਿਸਾਨਾਂ ਦੇ ਨਾਲ ਨਿਹੰਗ ਸਿੰਘਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਨਿਹੰਗ ਸਿੰਘਾਂ ਦਾ ਉਸ ਮੋਰਚੇ ਨਾਲ ਸਿੱਖ ਧਰਮ ਦਾ ਹਿੱਸਾ ਨੇ। ਸਾਡੀ ਮਾਨਾ ਮੱਤੀ ਉਹ ਪਰੰਪਰਾ ਆ, ਅਸੀਂ ਮੰਨਦੇ ਹਾਂ। ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿੰਦੇ ਅਸੀਂ ਉਹਨਾਂ ਬਾਰੇ ਕਈ ਚੰਗੀਆਂ ਮਾੜੀਆਂ ਗੱਲਾਂ ਜ਼ਰੂਰ ਸੁਣਦੇ ਹਾਂ, ਪਰ ਆਪਾਂ ਨੂੰ ਇਹ ਗੱਲ ਸਪਸ਼ਟ ਕਰ ਲੈਣੀ ਚਾਹੀਦੀ ਆ ਕਿ ਕਿਸਾਨ ਮੋਰਚੇ ਦਾ ਕਿਸੇ ਤਰ੍ਹਾਂ ਵੀ ਨਿਹੰਗ ਸਿੰਘ ਹਿੱਸਾ ਨਹੀਂ ਹੈ। ਹਾਂਜੀ ਹਾਂਜੀ ਇੱਕ ਤੇ ਇਹ ਗੱਲ ਕਲੀਅਰ ਹੋ ਗਈ। ਹਾਂਜੀ ਦੂਜੀ ਗੱਲ ਤੁਹਾਡੇ ਨਾਲ ਮੈਂ ਇਹ ਕਰਨੀ ਚਾਹੁੰਦਾ ਸੀਗਾ ਕਿ ਜਦੋਂ ਕੋਈ ਘਟਨਾ ਹੁੰਦੀ ਉਹਦੇ ਰਿਐਕਸ਼ਨ ਹੁੰਦੇ ਆ। ਸਾਡੇ ਸਮਾਜ 'ਚ ਇਹ ਬੜੀ ਪ੍ਰੋਬਲਮ ਹੈ ਕਿ ਅਸੀਂ ਇੱਕਦਮ ਆਪੋ ਆਪਣੀ ਰਾਏ ਠੋਸਣੀ ਸ਼ੁਰੂ ਕਰ ਦਿੰਦੇ ਆ, ਔਰ ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ ਜ਼ਿਆਦਾ ਹੋਇਆ ਨਾ ਤੇ ਇਹ ਗੱਲ ਵੀ ਜ਼ਿਆਦਾ ਤਿੱਖੇ ਰੂਪ ਸਾਹਮਣੇ ਆਉਣ ਲੱਗ ਗਈ। ਹੁਣ ਬਹੁਤ ਸਾਰੇ ਲੋਕੀ ਇਹ ਕਹਿਣ ਲੱਗ ਗਏ ਨੇ ਜਿਹੜੇ ਨਿਹੰਗ ਸਿੰਘਾਂ ਦੇ ਸਪੋਰਟਰ ਨੇ ਜਾਂ ਜਿਹੜੇ ਥੋੜੇ ਜੇ ਮੋਰਚੇ 'ਚ ਘੁਸਪੈਠ ਕਰਨ ਦੀ ਤਾਕ 'ਚ ਨੇ ਬੜੇ ਚਿਰ ਤੋਂ, ਉਹਨਾਂ ਦਾ ਕਹਿਣਾ ਹੈ ਜੀ ਇਹ ਮੋਰਚਾ ਤੇ ਬੜੇ ਚਿਰ ਦਾ ਸਰਕਾਰ ਨੇ ਚੁੱਕ ਦੇਣਾ ਸੀ ਤੇ ਬੱਚਿਆਂ ਨਿਹੰਗਾਂ ਤੋਂ ਡਰਦੇ ਆ। ਇੱਕ ਆਮ ਆਦਮੀ ਧਾਰਨਾ ਸੁਣੀ ਹੋਣੀ ਬਹੁਤ ਆ ਰਹੀ ਆ। ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਵੀ ਨਿਹੰਗ ਅੱਗੇ ਬੈਠੇ ਇਸ ਕਰਕੇ ਪੁਲਿਸ ਜਿਹੜੀ ਆ ਉਹ ਕੋਈ ਕਾਰਵਾਈ ਨਹੀਂ ਕਰਦੀ, ਨਹੀਂ ਤੇ ਮੋਰਚੇ ਨੂੰ ਤੇ ਕਦੋਂ ਦਾ ਖਦੇੜ ਦਿੰਦੇ। ਇਹ ਇੱਕ ਸਟੈਂਡ ਲਿਆ ਜਾ ਰਿਹਾ, ਦਲੀਲ ਦਿੱਤੀ ਜਾ ਰਹੀ ਆ, ਔਰ ਬੜੇ ਚੰਗੇ ਭਲੇ ਕਈ ਪੱਤਰਕਾਰ ਵੀ ਇਹ ਦਲੀਲ ਨਾਲ ਸਹਿਮਤ ਆ। ਨਹੀਂ, ਮੈਂ ਇਹ ਗੱਲ ਨਹੀਂ ਮੰਨਦੀ ਹੈਗੀ। ਹੁਣ ਇਹ ਮੋਰਚਾ ਲੱਗਿਆ ਹੋਇਆ, ਕਿਸਾਨ ਉੱਥੇ ਗਏ ਹੋਏ ਨੇ, ਸਾਰਾ ਪੰਜਾਬ ਉਹਦੇ ਵਿੱਚ ਹੀ ਇਨਵੋਲਵਡ ਹੈ। ਜੇ ਸਪੋਜ਼ ਕੀਤਾ, ਦੇਖੋ ਅਕਾਲ ਤਖਤ ਸਿੱਖਾਂ ਦਾ ਧਾਰਮਿਕ ਸਥਾਨ ਹੈ, ਦਰਬਾਰ ਸਾਹਿਬ ਹੈ ਨਾ। ਜੇ ਜਦੋਂ ਉਹਨਾਂ ਨੇ ਖੰਡਾਉਣਾ ਸੀ ਜਾਂ ਤਬਾਹ ਕਰਨਾ ਸੀਗਾ, ਉੱਥੇ ਮਿਲਟਰੀ ਚੜ੍ਹਾਤੀ ਸਰਕਾਰ ਦੇ ਸਾਹਮਣੇ। ਜੇ ਸਰਕਾਰ ਇਸ ਗੱਲ ਦੇ ਉੱਤੇ ਹੀ ਆ ਜਾਵੇ ਵੀ ਇਹਨਾਂ ਨੂੰ ਕੁੱਟ ਕੇ ਜਾਂ ਮਤਲਬ ਗੋਲੀਆਂ ਚਲਾ ਕੇ ਹੀ ਖਦੇੜਨਾ, ਫੇਰ ਤਾਂ ਮਤਲਬ ਕੋਈ ਵੀ ਨਹੀਂ। ਇਹ ਥੋੜ੍ਹੀ ਹੈ ਜੇ ਨਿਹੰਗ ਸਿੰਘ ਬਿਲਕੁਲ ਸਿੱਖ ਧਰਮ ਦੀ ਜੁਝਾਰੂ ਇੱਕ ਆਸਪੈਕਟ ਹੈ, ਉਹ ਜੁਝਾਰੂ ਸੰਸਥਾ ਹੈ ਉਹ ਇੱਕ, ਜਿਨ੍ਹਾਂ ਕੋਲ ਹਥਿਆਰ ਵੀ ਨੇ। ਕਿਉਂਕਿ ਮੈਂ ਛੋਟੇ ਹੁੰਦਿਆਂ ਸੁਣਦੀ ਆਉਂਦੀ ਸੀ ਵੀ ਜਿਹਨੇ ਕਿਸੇ ਨੇ, ਦੇਖੋ ਕਈ ਕਿਸਮ ਦੇ ਲੋਕ ਉੱਥੇ ਜਾਂਦੇ ਨੇ। ਮੈਂ ਬਹੁਤ ਇਸ ਕਿਸਮ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਨੇ ਕਿ ਕੋਈ ਕ੍ਰਾਈਮ ਕਰਕੇ ਵੀ, ਮੈਂ ਉਹਦੇ ਵਿੱਚ ਬਿਲਕੁਲ ਇੱਕ ਜਿਹੜਾ ਡਿਵੋਟਡ ਸਿੱਖ ਪਰਿਵਾਰ ਹੈ, ਮੈਂ ਉਹਦੇ ਵਿੱਚ ਜੰਮੀ ਪਲੀ ਹਾਂ, ਹੈ ਨਾ। ਅਤੇ ਜਿਵੇਂ ਮੇਰੇ ਮਾਮਾ ਜੀ ਸੀਗੇ, ਉਹ ਜੇ ਅਸੀਂ ਚਮਕੌਰ ਸਾਹਿਬ ਵੀ ਜਾਣਾ, ਅਨੰਦਪੁਰ ਸਾਹਿਬ ਜਾਣਾ, ਉਹ ਨਿਹੰਗ ਸਿੰਘਾਂ ਦੇ ਡੇਰੇ 'ਤੇ ਰਸਦ ਪਹੁੰਚਾਉਂਦੇ ਹੁੰਦੇ ਸੀ, ਹੋਰ ਇੱਧਰ ਉੱਧਰ ਨਹੀਂ ਸੀ ਪਹੁੰਚਾਉਂਦੇ। ਅਤੇ ਮੈਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਈਆਂ ਨੇ ਕਿ ਕ੍ਰਾਈਮ ਕਰਕੇ ਵੀ ਲੋਕੀ ਅੰਮ੍ਰਿਤ ਛਕ ਕੇ ਆ ਕੇ ਇੱਥੇ ਸ਼ਾਮਲ ਹੋ, ਰੂਪ ਬਦਲ ਲੈਂਦੇ, ਆਪਣਾ ਰੂਪ ਬਦਲ ਲੈਂਦੇ ਨੇ। ਅਤੇ ਦੂਜਾ ਉਹ ਕਹਿੰਦੇ ਹੁੰਦੇ ਸੀ ਕਿ 47 ਤੋਂ ਬਾਅਦ ਸ਼ਾਇਦ ਸਰਕਾਰ ਨੇ ਕੋਈ ਲਾ ਪਾਸ ਕਰਤਾ ਸੀ ਕਿ ਕੋਈ ਬਰਛਾ ਨਹੀਂ ਰੱਖ ਸਕਦਾ, ਬਰਛਾ ਸਿਰਫ ਨਿਹੰਗ ਸਿੰਘ ਰੱਖ ਸਕਦੇ ਨੇ। ਮੇਰੇ ਆਪਣੇ ਮਦਰ ਦੇ ਤਾਏ ਦੇ ਪੋਤੇ ਨੇ ਜਾਣੀ ਬਰਛਾ ਰੱਖਣ ਦੇ ਲਈ ਅੰਮ੍ਰਿਤ ਛਕਿਆ ਸੀ, ਨਿਹੰਗ ਸਿੰਘ ਬਣ ਗਿਆ ਸੀ ਉਹ। ਅੱਛਾ, ਹਾਂ, ਉਹਦੇ ਕੋਲ ਸੀ ਕਿਤੇ, ਫਿਰ ਪਤਾ ਨਹੀਂ ਕੋਈ ਛਾਪਾ ਛੁਪਾ ਪੈਣਾ ਸੀ ਜਾਂ ਕੀ ਸੀ, ਉਹ ਅੰਮ੍ਰਿਤ ਛਕ ਕੇ ਆਇਆ ਚਮਕੌਰ ਸਾਹਿਬ ਜਾ ਕੇ ਨਿਹੰਗ ਸਿੰਘਾਂ ਦਾ। ਮੇਰਾ ਮਤਲਬ ਹੈ ਵੀ ਬਹੁਤ ਸਾਰੇ ਇੱਕ ਰਵਾਇਤੀ ਸ਼ਸਤਰਧਾਰੀ ਨੇ, ਰਵਾਇਤੀ ਸ਼ਸਤਰ ਨੇ, ਪਰ ਫਿਰ ਵੀ ਇੱਕ ਮੁਲਕ ਦੀ ਜਿਹੜੀ ਮਿਲਟਰੀ ਹੁੰਦੀ ਆ, ਹੈ ਨਾ, ਉਹ ਆਪਾਂ ਦਰਬਾਰ ਸਾਹਿਬ 'ਚ ਦੇਖਿਆ ਹੀ ਆ। ਲੋਕ ਜਾਣਾ ਵੀ ਚਾਹੁੰਦੇ ਸੀ ਦਰਬਾਰ ਸਾਹਿਬ ਢਾਈ ਤੋਂ ਬਾਅਦ, ਅਕਾਲ ਤਖਤ ਢਾਈ ਤੋਂ ਬਾਅਦ ਪਿੰਡਾਂ 'ਚੋਂ ਜਥਿਆਂ ਦੇ ਜਥੇ ਤੁਰ ਪਏ ਸੀ, ਕਿਸੇ ਨੂੰ ਪਹੁੰਚਣ ਦਿੱਤਾ ਉੱਥੇ। ਕਿਉਂਕਿ ਜਿਹੜੀ ਮਿਲਟਰੀ ਹੁੰਦੀ ਆ, ਤੁਸੀਂ ਅੱਗੋਂ ਜਿੰਨੇ ਮਰਜ਼ੀ ਸ਼ਸਤਰਧਾਰੀ ਹੋਵੋ, ਤੁਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹੈ। ਸਟੇਟ ਨਾਲ ਸਿੱਧੇ ਤੌਰ ਤੇ ਟੱਕਰ ਲੈਣੀ, ਹਥਿਆਰਬੰਦ ਟੱਕਰ ਲੈਣੀ ਜਿਹੜੀ ਆ, ਇਹ ਵੀ ਨਹੀਂ ਹਥਿਆਰਬੰਦ ਹੋਣ ਕਰਕੇ ਸਟੇਟ ਡਰ ਜੂਗੀ ਜਾਂ ਮਤਲਬ ਸਟੇਟ ਅਟੈਕ ਨਹੀਂ ਕਰੂਗੀ, ਇਹ ਗੱਲ ਬਿਲਕੁਲ ਹੀ ਮੈਂ ਐਟਲੀਸਟ ਮੈਂ ਇਹਦੇ ਨਾਲ ਸਹਿਮਤ ਨਹੀਂ ਹੋ ਸਕਦਾ। ਮੈਂ ਨਹੀਂ, ਕੋਈ ਵੀ ਜਿਹੜਾ ਬੁੱਧੀਮਾਨ ਵਿਅਕਤੀ ਉਸ ਨਾਲ ਸਹਿਮਤ ਨਹੀਂ ਹੋ ਸਕਦਾ। ਤੇ ਦੂਜੀ ਗੱਲ ਹੈ ਜਿਹੜੀ ਹੈਗੀ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ ਤਾਂ ਸ਼ੁਰੂ ਤੋਂ ਇਹ ਹੈ ਕਿ ਭਾਵੇਂ ਸਾਡੇ ਤੇ ਗੋਲੀਆਂ ਚਲਾਉਣ, ਅਸੀਂ ਸ਼ਾਂਤਮਈ ਢੰਗ ਨਾਲ ਬੈਠਣਾ। ਸਾਡਾ ਇਹ ਜਿਹੜਾ ਇੱਕ ਕਿਸਮ ਦਾ ਸੱਤਿਆਗ੍ਰਹਿ ਹੈ, ਅੰਦੋਲਨ ਹੈ, ਜਿਹੜਾ ਇਹ ਸ਼ਾਂਤਮਈ ਅੰਦੋਲਨ ਹੈ। ਬਾਰ-ਬਾਰ ਰਾਜੇਵਾਲ ਸਾਹਿਬ ਜਦੋਂ ਵੀ ਮਤਲਬ ਗੱਲ ਕਰਦੇ ਆ ਸਟੇਜ ਤੋਂ, ਉਹ ਹਮੇਸ਼ਾ ਇਹੀ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਤੁਸੀਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਹੋ, ਤੁਹਾਡਾ ਮੋਰਚਾ ਸਕਸੈਸਫੁਲ ਹੈ, ਮੋਦੀ ਹਾਰੂਗਾ। ਪਰ ਜੇ ਤੁਸੀਂ ਕਿਸੇ ਵੀ ਕਿਸਮ ਦੀ ਵਾਇਲੈਂਸ ਕਰਦੇ ਹੋ ਤੇ ਸਰਕਾਰ ਜਿੱਤੂਗੀ, ਅਸੀਂ ਹਾਰਾਂਗੇ। ਸੋ ਜੇ ਨਿਹੰਗ ਸਿੰਘ ਉੱਥੇ ਬੈਠੇ ਵੀ ਨੇ, ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ, ਕਿਉਂਕਿ ਬੰਦੇ ਨੂੰ ਸੋਧ ਕੇ ਹੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਉਹਨੂੰ ਹੋਰ ਬਹੁਤ ਸਾਰੇ ਢੰਗ ਹੁੰਦੇ ਨੇ ਸਜ਼ਾ ਦੇਣ ਦੇ, ਹੈ ਨਾ, ਦਿੱਤੀ ਜਾ ਸਕਦੀ ਹੈ। ਦੂਜੀ ਗੱਲ, ਜਿੰਨਾ ਕਿ ਮੈਂ ਸੁਣਿਆ, ਰਜਿਸਟਰ ਹੋ ਕੇ ਬੰਦੇ ਆਉਂਦੇ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ, ਹੈ ਨਾ, ਉੱਥੇ ਸਾਰਾ ਉਹਨਾਂ ਕੋਲ ਹੁੰਦਾ ਵੀ ਕੌਣ ਸਾਡਾ ਮੈਂਬਰ ਹੈ, ਕੌਣ ਨਹੀਂ ਹੈ ਮੈਂਬਰ।
ਉਹ ਬੰਦਾ ਫਿਰ ਕਹਿੰਦੇ ਆ ਵੀ ਨਿਹੰਗ ਸਿੰਘਾਂ ਦੀ ਵਰਦੀ 'ਚ ਸੀਗਾ ਤੇ ਕਲੀਨ ਸ਼ੇਵਡ ਆ, ਉਹਦੇ ਵਾਲ ਵੂਲ ਕੱਟੇ ਹੋਏ ਨੇ, ਉਹ ਕਿਵੇਂ ਉਸ ਦੇ ਵਿੱਚ ਆ ਗਿਆ। ਫਿਰ ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਹੋਵੇ, ਮੈਂ ਦੇਖੀ ਹੋਈ ਸੀ, ਜਿਸ ਬੰਦੇ ਨੇ ਉਹਨੂੰ ਮਾਰਿਆ, ਸਰਬਜੀਤ ਸਿੰਘ ਭਾਊ, ਉਹਨਾਂ ਦੇ ਵੀ ਵਾਲ ਕੱਟੇ ਹੋਏ ਨੇ। ਕਹਿੰਦੇ ਨਹੀਂ ਰੀਸੈਂਟਲੀ ਅੰਮ੍ਰਿਤ ਛਕਿਆ ਸੀ, ਉਹਦੀਆਂ ਪੁਰਾਣੀਆਂ ਵੀ ਫੋਟੋਆਂ ਕੋਈ ਆਈਆਂ ਨੇ। ਤੇ ਇਹਨਾਂ ਨੂੰ ਇਹ ਕਿਵੇਂ ਨਹੀਂ ਪਤਾ ਲੱਗਿਆ ਵੀ ਇਹ ਬੰਦਾ ਕੌਣ ਹੈ। ਫਿਰ ਤੁਸੀਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਤੁਸੀਂ ਤੜਕਿਓਂ ਕਰਦੇ ਹੋ, ਤੇ ਉਹਨੂੰ ਸੁਣਨਾ ਤਾਂ ਨਹੀਂ ਛੱਡ ਕੇ ਜਾਂਦੇ ਹੈਗੇ ਆਪਾਂ ਜੀ। ਬਿਲਕੁਲ, ਬਹੁਤ ਸਾਰੀਆਂ ਆਸਪੈਕਟਸ ਇਹਦੇ ਵਿੱਚ ਹੈਗੀਆਂ ਨੇ, ਤੇ ਇਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ, ਇੱਕ ਤਰ੍ਹਾਂ ਦੇ ਨਾਲ, ਜਿਹਦਾ ਜਿਵੇਂ ਮੈਨੂੰ ਜਾਪਦਾ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਇਹ ਮੋਰਚੇ ਨੂੰ ਉਖਾੜਨ ਲਈ ਸਰਕਾਰ ਦੀ ਕਿਸੇ ਸਾਜ਼ਿਸ਼ ਦੇ ਤਹਿਤ ਹੀ, ਕਿਉਂਕਿ ਹੁਣ ਤਾਂ ਫੋਟੋਆਂ ਬਹੁਤ ਸਾਰੀਆਂ ਬਾਹਰ ਆ ਗਈਆਂ, ਹੁਣ ਤੁਸੀਂ ਨਹੀਂ ਹੁਣ ਤੇ ਕਲੀਅਰ ਹੀ ਡਾਊਟ ਫ੍ਰੀ ਨਹੀਂ, ਹੁਣ ਡਾਊਟ ਵਾਲੀ ਗੱਲ ਨਹੀਂ ਜੀ, ਹੁਣ ਤੇ ਕਲੀਅਰ ਹੈ ਕਿ ਇਹ ਸਰਕਾਰੀ ਵੀ ਇਹ ਉਹਦੇ ਲਈ ਸਰਕਾਰ ਜਾਂ ਸਰਕਾਰ ਦੀਆਂ ਏਜੰਸੀਆਂ ਦੀ ਇੱਕ ਚਾਲ ਹੈ, ਜਿਹਦਾ ਪਰਦਾ ਅਗਲੇ ਦਿਨ ਹੀ ਫਾਸ਼ ਹੋ ਗਿਆ ਜਦੋਂ ਟ੍ਰਿਬਿਊਨ ਅਖਬਾਰ ਨੇ ਸਾਰੇ ਤੱਥ ਸਾਹਮਣੇ ਲੈ ਆਂਦੇ। ਆਪਾਂ ਥੋੜੀ ਜੀ ਗੱਲ ਤੇ ਜਿਹੜੀ ਚੱਲ ਰਹੀ ਪੋਲਿਟਿਕਸ ਉੱਤੇ ਕਰ ਲਈਏ, ਫਿਰ ਮੈਂ ਤੁਹਾਡੇ ਕੋਲ ਥੋੜੀ ਜੀ ਇਹਨੂੰ ਧਰਮ ਨਾਲ ਜੋੜ ਕੇ ਵੀ ਗੱਲ ਕਰੂੰਗਾ। ਇੱਕ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਏਡੀ ਵੱਡੀ ਘਟਨਾ ਹੋਵੇ ਤੇ ਸਿੱਖ ਪੰਥ ਦੀ ਇੱਕ ਵੱਡੀ ਪਰੰਪਰਾ ਆ, ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਦੇ ਉੱਤੇ ਉਂਗਲੀ ਦਾ ਧਰੀ ਜਾਵੇ, ਸਿੱਧੇ ਤੌਰ ਤੇ ਕਿਹਾ ਜਾਵੇ, ਉਹਨਾਂ ਦਾ ਤਰੀਕਾਕਾਰ ਜਿਹੜਾ ਆ, ਮਤਲਬ ਤੇ ਜਦੋਂ ਕੋਈ ਰਹਿਨਮਾਈ ਲੈਣੀ ਹੁੰਦੀ ਆ, ਆਪਾਂ ਅਕਾਲ ਤਖਤ ਦੇ ਜਥੇਦਾਰ ਵੱਲ ਵੇਖਦੇ ਆ। ਸਪੋਜ਼ ਜਿੱਦਾਂ ਹੁਣ ਇਹ ਕੁਝ ਲੋਕ ਕਹਿੰਦੇ ਨੇ ਕਿ ਇਹ ਤਾਲਿਬਾਨੀ ਐਕਸ਼ਨ ਹੈ, ਕਿ ਬੰਦੇ ਨੂੰ ਇਦਾਂ ਕੋ ਕੇ ਮਾਰਨਾ ਔਰ ਟੰਗ ਦੇਣਾ, ਇਹ ਸਿੱਖ ਧਰਮ ਦੀਆਂ ਪਰੰਪਰਾਵਾਂ ਦੇ ਸਿੱਖ ਧਰਮ ਦੇ ਅਨੁਸਾਰ ਨਹੀਂ ਹੈ। ਕਿਉਂਕਿ ਕੋਕੇ ਤਾਂ ਤੁਸੀਂ ਬੱਕਰਾ ਨਹੀਂ ਖਾਂਦੇ, ਉਹਦੇ ਤੇ ਮਤਲਬ ਆਬਜੈਕਸ਼ਨ ਜਿਹੜੀਆਂ ਵਜਰ ਕਰਹਿਤਾ 5 ਉਹਨਾਂ ਚ ਕੁੱਠਾ ਮੀਟ ਖਾਣਾ, ਉਹਦੇ ਵਿੱਚ ਰੱਖੀ ਹੋਈ ਹੈ। ਤੁਸੀਂ ਇੱਕ ਬੰਦੇ ਨੂੰ ਕਿਸ ਤਰ੍ਹਾਂ ਇਦਾਂ ਮਾਰ ਸਕਦੇ ਹੋ ਵੀ ਉਹਦਾ ਹੱਥ ਵੱਢਤਾ, ਲੱਤ ਵੱਢਤੀ, ਪੈਰ ਵੱਢ ਦਿੱਤਾ। ਇੱਕ ਵਾਰੀ ਅਸੀਂ ਚਮਕੌਰ ਸਾਹਿਬ ਔਰ ਪ੍ਰਾਊਡਲੀ ਉਹਨੂੰ ਅਸੀਂ ਐਡਮਿਟ ਵੀ ਕਰ ਰਹੇ ਵੀ ਕੀਤਾ ਜੇ, ਕਰ ਲੋ ਜੋ ਕਰਨਾ। ਨਹੀਂ ਫਿਰ ਤੁਸੀਂ ਇਹਦੇ ਬਹੁਤ ਸਾਰੀਆਂ ਗੱਲਾਂ ਨੇ ਗਿੱਲ ਸਾਹਿਬ, ਇੱਕ ਐਸਪੈਕਟ ਨਹੀਂ, ਉਸ ਬੰਦੇ ਨੂੰ ਨਾ ਸਿਰਫ ਵੀ ਕੋਹ ਕੇ ਮਾਰਿਆ, ਉਹਨੂੰ ਕਿੱਥੇ ਆਪਣਾ ਮਤਲਬ ਨਿਹੰਗਾਂ ਦਾ ਉਹ ਡੇਰਾ ਲੱਗਿਆ ਹੋਇਆ, ਤੇ ਕਿੱਥੇ ਉਹਨੂੰ ਕਿਸਾਨ ਮੋਰਚੇ ਦੇ ਨੇੜੇ ਲਿਆ ਕੇ ਟੰਗਿਆ, ਤੁਸੀਂ ਟੰਗਦੇ ਫਿਰ ਇਦਾਂ ਡਿਸਪਲੇ ਕਰਨਾ। ਇਹ ਤਾਂ ਬਿਲਕੁਲ ਅਫਗਾਨਿਸਤਾਨ 'ਚ ਇਦਾਂ ਹੋ ਰਿਹਾ। ਸਿੱਖ ਧਰਮ ਦੇ ਵਿੱਚ ਤਾਂ ਕਦੇ ਸੁਣਿਆ ਨਹੀਂ ਹੈਗਾ ਇਦਾਂ ਵੀ ਤੁਸੀਂ ਮਤਲਬ ਟੰਗਿਆ ਹੋਵੇ ਕਿਸੇ ਨੂੰ। ਕਿੰਨੇ ਔਖੇ ਸਮੇਂ ਆਏ 18ਵੀਂ ਸਦੀ ਦੇ, ਉਦੋਂ ਵੀ ਸਿੱਖਾਂ ਨੇ ਇਹੋ ਜਿਹਾ ਕਰੂਰ ਵਿਹਾਰ ਸ਼ਾਇਦ ਹੀ ਕਿਤੇ ਇਤਿਹਾਸ 'ਚ ਪੜਿਆ ਨਹੀਂ। ਇਸ ਕਿਸਮ ਦਾ ਪਹਿਲੀ ਗੱਲ, ਸਿੱਖ ਧਰਮ ਦੇ ਵਿੱਚ ਨਿਹੱਥੇ ਦੇ ਉੱਤੇ ਵਾਰ ਨਹੀਂ ਕਰਦੇ, ਨਿਹੱਥੇ ਦੇ ਉੱਤੇ ਵਾਰ ਨਹੀਂ ਕਰਨਾ, ਜੰਗ ਦੇ ਮੈਦਾਨ 'ਚ ਤੁਸੀਂ ਲੜਨਾ ਹੈ ਨਾ, ਕਿਸੇ ਇਸਤਰੀ ਤੇ ਨਹੀਂ ਵਾਰ ਕਰਨਾ, ਨਿਹੱਥੇ ਤੇ ਨਹੀਂ ਵਾਰ ਕਰਨਾ, ਤੇ ਫਿਰ ਬਿਨਾ ਮਤਲਬ ਤੁਸੀਂ ਕਮਜ਼ੋਰ ਤੇ ਨਹੀਂ ਕਰਨਾ, ਆਪਣੇ ਤੋਂ ਮਹੀਨੇ ਬੰਦੇ। ਜਦੋਂ ਬੰਦਾ ਤੁਹਾਡਾ ਮੁਕਾਬਲਾ ਕਰਨ ਜੋਗਾ ਹੀ ਨਹੀਂ ਹੈਗਾ, ਉਹਦੇ ਹੱਥ ਪੈਰ ਟੁੱਕਣ ਦਾ ਕੀ ਮਤਲਬ ਹੋਇਆ? ਮੈਨੂੰ ਤਾਂ ਇਹ ਸਿੱਖ ਧਰਮ ਦੇ ਅਨੁਸਾਰ ਨਹੀਂ ਜਾਪਦੀ। ਮੈਂ ਤਾਂ ਜੇ ਹੁਣ ਬਾਣੀ ਦੀ ਸਟੂਡੈਂਟ ਆ, ਮੈਂ ਸਿੱਖ ਧਰਮ ਦੀ ਵਿਦਿਆਰਥਣ ਹੋਣ ਦੇ ਨਾਤੇ ਮੈਨੂੰ ਤਾਂ ਬਾਣੀ ਦੇ ਵਿੱਚ ਕੋਈ ਕਿਸੇ ਇਸ ਕਿਸਮ ਦੀ ਤਾਂ ਕੋਈ ਇੰਡੀਕੇਸ਼ਨ ਮਿਲਦੀ ਨਹੀਂ ਹੈਗੇ, ਨਾ ਇਤਿਹਾਸ 'ਚ ਵੀ ਨਹੀਂ ਮਿਲਦੀ। ਕਈ ਜਣਿਆਂ ਨੇ ਦਿੱਤੀ ਆ ਵੀ ਉਹ ਫਲਾਣੇ ਦਾ ਵਜ਼ੀਰ ਖਾਨ ਨੂੰ ਵੀ ਘਸੀਟਿਆ, ਜਾਂ ਆਪਣਾ ਕੀ ਕਹਿੰਦੇ ਮੱਸੇ ਰੰਗੜ ਦੇ ਸਿਰ ਦੇ ਨਾਲ ਫੁੱਟਬਾਲ ਵਾਂਗੂ ਖੇਡਦੇ, ਉਹ ਸਿਰ ਲਾ ਕੇ ਖੇਡਦੇ ਰਹੇ, ਉਹਨੂੰ ਐ ਨਹੀਂ। ਫਿਰ ਦੇਖੋ ਤੁਸੀਂ ਜਿਹੜੇ ਹੁਣ ਤਾਂ ਆ ਹੀ ਚੁੱਕਿਆ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਆ ਚੁੱਕਿਆ ਵੀ ਉਹ ਬੰਦਾ ਚੀਖਦਾ ਰਿਹਾ, ਉਹਦਾ ਬਿਆਨ ਕਿਉਂ ਨਹੀਂ ਲਿਆ, ਕਿਉਂ ਨਹੀਂ ਉਹਦੀ ਰਿਕਾਰਡਿੰਗ ਕੀਤੀ? ਜਿੱਥੇ ਬੇਅਦਬੀ ਹੋਈ ਆ ਉੱਥੇ ਵੀ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਸੀਗਾ। ਜੇ ਬਾਹਰ ਲਿਆ ਕੇ ਤੁਸੀਂ ਉਹ ਕਰਦੇ ਹੋ ਤੇ ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਜਾਣਨ ਲਈ ਸਵਾਲ ਕੀਤਾ ਸੀਗਾ ਕਿ ਜਦੋਂ ਕੋਈ ਇਹੋ ਜਿਹੀ ਦੁਬਿਧਾ 'ਚ ਹੁੰਦੇ ਆ, ਕੌਮ ਦੁਬਿਧਾ 'ਚ ਹੁੰਦੀ ਆ, ਤਾਂ ਜਥੇਦਾਰ ਅਕਾਲ ਤਖਤ ਵੱਲ ਸਾਰਿਆਂ ਦਾ ਧਿਆਨ ਹੁੰਦਾ ਕਿ ਉੱਥੋਂ ਕੋਈ ਸੇਧ ਮਿਲੇਗੀ। ਕੀ ਕੋਈ ਇਸ ਗੱਲ ਨੂੰ ਲੈ ਕੇ, ਇਸ ਜਿਹੜੀ ਕਰੂਪ ਚਿਹਰਾ ਆਇਆ ਕੁਝ ਇੱਕ ਲੋਕਾਂ ਦਾ ਸਾਹਮਣੇ, ਉਹਦੇ ਬਾਰੇ ਜਥੇਦਾਰ ਅਕਾਲ ਤਖਤ ਦਾ ਕੋਈ ਧਿਆਨ 'ਚ ਆਇਆ ਹੋਵੇ ਤੇ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ, ਜਾਂ ਕੋਈ ਐਸਾ ਤੁਹਾਡੇ ਨੋਟਿਸ ਆਇਆ ਹੋਵੇ ਵੀ ਉਹਨਾਂ ਨੂੰ ਇਸ ਸਮੇਂ ਜਿਹੜੀ ਪੂਰਾ ਸਿੱਖ ਪੰਥ ਹੈ ਉਹਦੀ ਰਹਿਨਮਾਈ ਕਰਨੀ ਚਾਹੀਦੀ ਸੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਗਈ ਆ ਤੇ ਅੱਗੇ ਤੋਂ ਕਿਉਂ ਨਾ ਹੋਣ, ਤੇ ਸਿੱਖ ਪਰੰਪਰਾ ਕੀ ਕਹਿੰਦੀਆਂ? ਕੋਈ ਇਦਾਂ ਦਾ ਬਿਆਨ ਉਹਨਾਂ ਦਾ ਨਹੀਂ? ਉਹ ਥੋੜਾ ਜਿਹਾ ਮਤਲਬ ਬਿਆਨ ਬੀਬੀ ਜਗੀਰ ਕੌਰ ਦਾ ਵੀ ਆਇਆ ਹੋਇਆ ਸੀਗਾ ਵੀ ਕਿਸਾਨ ਮੋਰਚੇ ਨੂੰ ਵਿਚਲਿਤ ਕਰਨ ਲਈ ਇਹ ਸਾਰਾ ਕੁਝ ਸਾਜ਼ਿਸ਼ ਕੀਤੀ ਗਈ ਆ। ਉਹ ਤੇ ਸਿਆਸੀ ਲੋਕ ਨੇ ਨਾ ਜੀ, ਉਹ ਤੇ ਸੁਖਬੀਰ ਦਾ ਵੀ ਆ ਜਾਏਗਾ, ਸੁਖਬੀਰ ਬਾਦਲ ਦਾ ਵੀ ਆ ਜਾਏਗਾ, ਉਹ ਧਾਰਮਿਕ ਬਿਆਨ ਨਹੀਂ ਕਹਿ ਸਕਦੇ ਨਾ। ਗੱਲ ਡੁੱਬੀ ਦਾ ਤਾਂ ਹੀ ਜੇ ਸਾਹ ਨਾ ਆਇਆ। ਹੁਣ ਅਕਾਲ ਤਖਤ ਤੇ ਵੀ ਕਬਜ਼ਾ ਤਾਂ ਸੁਖਬੀਰ ਬਾਦਲ ਹੋਣਾ ਦਾ ਹੀ ਹੈ ਨਾ, ਉੱਥੋਂ ਵੀ ਤਾਂ ਸਾਰੀ ਪੋਲਿਟਿਕਸ ਹੀ ਹੁੰਦੀ ਹੈ ਨਾ। ਜੇ ਨਿਊਟਰਲ ਹੋ ਕੇ ਜਥੇਦਾਰ ਸਾਹਿਬ ਜਥੇਦਾਰ ਦੇ ਤੌਰ ਤੇ ਫੰਕਸ਼ਨ ਕਰਨ ਵੀ ਮੈਂ ਸਾਰੀ ਕੌਮ ਦੀ ਅਗਵਾਈ ਕਰਨੀ ਹੈ, ਤੇ ਫਿਰ ਉਹਨਾਂ ਨੂੰ ਗਾਈਡੈਂਸ ਦੇਣੀ ਚਾਹੀਦੀ ਹੈ ਵੀ ਕੀ ਗਾਈਡਲਾਈਨਸ ਇਹੋ ਜਿਹੇ ਕੋਈ ਫੜਿਆ ਜਾਂਦਾ, ਕੋਈ ਤੁਹਾਡੇ ਸਾਹਮਣੇ ਆਉਂਦਾ, ਤੇ ਉਹਦਾ ਹੁਣ ਇੱਕ ਦੇਖੋ ਇਹਨਾਂ ਨੇ ਬਿਆਨ ਦਿੱਤਾ ਵੀ ਅੱਜ ਤੋਂ ਬਾਅਦ ਕਿਤੇ ਉਹ ਨਹੀਂ ਹੋਊਗੀ, ਬੇਹਰਮਤੀ ਨਹੀਂ ਹੋਊਗੀ। ਹੁਣ ਤੁਹਾਨੂੰ ਯਾਦ ਹੋਊਗਾ ਸ਼ਾਇਦ ਇਹ ਬੇਅਦਬੀ ਦੇ ਮਾਮਲੇ ਦੇ ਵਿੱਚ 2 ਔਰਤਾਂ ਦਾ ਹੁਣ ਤੱਕ ਕਤਲ ਕੀਤਾ ਗਿਆ ਹੈ ਨਾ, ਤੇ ਵੀ ਉਦੋਂ ਬਾਅਦ ਕਿਤੇ ਬੇਅਦਬੀ ਰੁਕ ਗਈ? ਨਹੀਂ ਰੁਕੀ ਹੈਗੀ।
ਇਹ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਤਾਂ ਸਿਰਫ ਕਿਸੇ ਚੀਜ਼ ਇਹ ਤੁਸੀਂ ਇੱਕ ਹੋਰ ਗੱਲ ਯਾਦ ਕਰੋ, ਜਦੋਂ ਪਿਛਲੀ ਵਾਰੀ ਮੈਂ ਆਪਣੇ ਆਰਟੀਕਲਸ ਦੇ ਵਿੱਚ ਵੀ ਇਹਦਾ ਮੈਂਸ਼ਨ ਕੀਤਾ ਨਾ, ਜਦੋਂ ਅਕਾਲੀ ਸਰਕਾਰ ਸੀਗੀ ਉਦੋਂ ਰੇਲ ਰੋਕੋ ਐਜੀਟੇਸ਼ਨ ਕਿਸਾਨਾਂ ਵੱਲੋਂ ਚੱਲ ਰਹੀ ਸੀ ਅੱਠ ਜਥੇਬੰਦੀਆਂ ਲੈ ਕੇ, ਇਹ ਜਿਹੜਾ ਬੇਅਦਬੀਆਂ ਦੀਆਂ ਘਟਨਾਵਾਂ ਨੇ ਉਦੋਂ ਸ਼ੁਰੂ ਹੋਈਆਂ ਸੀ 15 ਦੇ ਵਿੱਚ, ਉਦੋਂ ਹੀ ਹੋਈਆਂ ਸੀਗੀਆਂ ਤੇ ਹੁਣ ਵੀ ਇਹ ਉਸੇ ਕਿਸਮ ਦੇ ਨਾਲ। ਗੱਲ ਸਿਰਫ ਇਹ ਹੈ ਕਿ ਇਹਨੂੰ ਕਿਉਂਕਿ ਸਰਕਾਰ ਨੇ ਬਹੁਤ ਜ਼ੋਰ ਲਾਇਆ ਕਿ ਮੋਰਚੇ ਨੂੰ ਅਸੀਂ ਪੰਜਾਬ ਦਾ ਸਾਬਤ ਕਰ ਸਕੀਏ, ਇਹਨੂੰ ਖਾਲਿਸਤਾਨੀਆਂ ਦਾ ਸਾਬਤ ਕਰ, ਸਾਰਾ ਜ਼ੋਰ ਲਾਇਆ। ਜਿਹੜੀ ਆ ਦੀਪ ਸਿੱਧੂ ਵੀ ਉਹ ਤਾਂ ਹੁਣ ਤੱਕ ਕਲੀਅਰ ਹੀ ਹੋ ਗਿਆ ਵੀ ਏਜੰਸੀਆਂ ਦਾ ਹੀ ਬੰਦਾ ਹੈ, ਇਸੇ ਕਰਕੇ ਤਾਂ ਉਹਨੇ ਉਹ 26 ਜਨਵਰੀ ਨੂੰ ਸਾਰਾ ਖਲਾਰਾ ਪਾਇਆ, ਉਹਨੇ ਨਹੀਂ ਕਿਉਂ ਪਾਉਂਦਾ ਉਹ, ਹੁਣ ਵੀ ਉਹ ਇਦਾਂ ਦੇ ਹੀ ਬਿਆਨ ਦੇ ਰਿਹਾ, ਤੁਸੀਂ ਪੜ੍ਹ ਕੇ ਦੇਖ ਲਓ, ਸੁਣ ਕੇ ਦੇਖ ਲਓ ਵੀ ਇਹ ਉਹ ਸਰਕਾਰ ਤਾਂ ਥੱਕ ਗਈ। ਇਹ ਹੁਣ ਇੱਕ ਤਰ੍ਹਾਂ ਦੇ ਨਾਲ ਜਿੱਥੋਂ ਤੱਕ ਜਾਪਦਾ ਤੁਹਾਨੂੰ, ਤੁਸੀਂ ਸਾਰੀ ਘਟਨਾਕ੍ਰਮ ਨੂੰ ਦੇਖਦੇ ਹੋ ਤਾਂ ਐਂ ਲੱਗਦਾ ਵੀ ਜਿਵੇਂ ਸਰਕਾਰ ਵੱਲੋਂ ਹੀ ਇਸ ਕਿਸਮ ਦੀ ਜਿਹੜੀ ਇੰਸਟੀਗੇਟ ਕੀਤਾ ਗਿਆ ਹੋਵੇ ਜਾਂ ਇੰਸਪਾਇਰ ਕੀਤਾ ਗਿਆ ਹੋਵੇ ਵੀ ਇਦਾਂ ਦੀ ਕੋਈ ਘਟਨਾ ਹੋਵੇ ਜਿਹਦੇ ਬਹਾਨੇ ਨਾਲ ਅਸੀਂ ਕੋਰਟ ਦੇ ਵਿੱਚ ਜਾਈਏ ਵੀ ਸਿੰਘੂ ਬਾਰਡਰ ਤੇ ਤਾਂ ਜੀ ਆਹ ਕੁਝ ਹੋ ਰਿਹਾ, ਬੰਦਿਆਂ ਨੂੰ ਉੱਥੇ ਤਾਂ ਹੋ ਕੇ ਮਾਰਿਆ ਜਾ ਰਿਹਾ ਹੈ, ਇਹ ਮੋਰਚੇ ਨੂੰ ਉਠਾਓ। ਕਿਉਂਕਿ ਹੁਣ ਤੱਕ ਸਰਕਾਰ ਨੇ 10 ਮਹੀਨੇ ਤੋਂ ਉੱਤੇ ਹੋ ਗਏ ਆ, ਸਾਲ ਹੀ ਹੋ ਜਾਣਾ। ਤੇ ਸੁਪਰੀਮ ਕੋਰਟ ਵੀ ਇਹ ਕਹਿ ਚੁੱਕੀ ਆ ਕਿ ਉਹਨਾਂ ਦਾ ਮੌਲਿਕ ਅਧਿਕਾਰ ਹੈ, ਸੰਵਿਧਾਨਕ ਅਧਿਕਾਰ ਹੈ, ਤੇ ਇਸ ਕਰਕੇ ਹੁਣ ਸਰਕਾਰ ਨੂੰ ਇਹ ਪਿਆ ਹੋਇਆ, ਚਾਹੇ ਉਹ ਹਰਿਆਣੇ ਦੀ ਹੈ ਚਾਹੇ ਕੇਂਦਰ ਦੀ ਹੈ, ਕਿਉਂਕਿ ਬੀਜੇਪੀ ਸਰਕਾਰਾਂ ਨੇ ਵੀ ਅਸੀਂ ਇਹਨੂੰ ਮੋਰਚੇ ਨੂੰ ਕਿਵੇਂ ਹਟਾਈਏ ਇੱਥੋਂ। ਫਿਰ ਹੁਣ ਸਾਰੇ ਆਲ ਓਵਰ ਇੰਡੀਆ ਤੋਂ ਕਿਸਾਨ ਇਹਦੇ ਵਿੱਚ ਸ਼ਾਮਲ ਨੇ। ਹੁਣ ਇਹ ਇਕੱਲਾ ਪੰਜਾਬ ਦਾ ਨਹੀਂ ਹੈ, ਨਾ ਹੀ ਇਹ ਇਕੱਲਾ ਸਿੱਖਾਂ ਦਾ, ਇਹ ਤਾਂ ਇੱਕ ਮਤਲਬ ਇਹਨੂੰ ਤੁਸੀਂ ਕੋਈ ਇੰਸੀਡੈਂਸ ਕਹਿ ਸਕਦੇ ਹੋ ਕਿ ਪੰਜਾਬ ਤੋਂ ਇਹ ਸ਼ੁਰੂ ਹੋਇਆ ਤੇ ਪੰਜਾਬ ਦੇ ਵਿੱਚ ਕਿਸਾਨੀ ਦੇ ਨਾਲ ਜੁੜੀ ਸਿੱਖ ਬਹੁ ਗਿਣਤੀ ਸਟੇਟ ਹੈ ਉਹ, ਪਰ ਦੂਸਰੇ ਸਟੇਟਸ ਦੇ ਵੀ ਲੋਕ ਉਹਦੇ ਵਿੱਚ ਸ਼ਾਮਲ ਨੇ। ਅੱਜ ਇੱਕ ਪੱਤਰਕਾਰ ਉਹਨੂੰ ਪੁੱਛ ਰਿਹਾ ਸੀ ਅੱਜ ਕਿ ਕੱਲ ਟਿਕੈਤ ਨੂੰ ਬਈ ਤੁਸੀਂ ਵੀ ਤਾਂ ਇੱਥੇ ਬੈਠੇ ਹੋ, ਤੁਹਾਡੇ ਇਹੋ ਜਿਹੀ ਘਟਨਾ ਕਿਉਂ ਨਹੀਂ ਹੋਈ ਹੈਗੀ, ਸਿੰਘੂ ਬਾਰਡਰ ਤੇ ਕਿਉਂ ਹੋਈ ਆ? ਉਹਦਾ ਮਤਲਬ ਇਹ ਹੈ ਵੀ ਕਿਉਂਕਿ ਉੱਥੇ ਸਿੱਖ ਬੈਠੇ ਨੇ ਤਾਂ ਇਹੋ ਜਿਹੀ ਘਟਨਾ ਕਰਦੇ। ਸਾਨੂੰ ਅਸੀਂ ਜਦੋਂ ਕੋਈ ਵੀ ਐਕਸ਼ਨ ਲੈਂਦੇ ਹਾਂ, ਭਾਵੇਂ ਉਹ ਨਿਹੰਗ ਜਥੇਬੰਦੀ ਹੈ ਚਾਹੇ ਕੋਈ ਵੀ ਜਥੇਬੰਦੀ ਹੈ, ਜਦੋਂ ਕੋਈ ਉਹ ਇਸ ਕਿਸਮ ਦਾ ਐਕਸ਼ਨ ਕਰਦੀ ਹੈ ਉਹਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਇਸ ਐਕਸ਼ਨ ਦਾ, ਭਾਵੇਂ ਉਹਨਾਂ ਨੇ ਬਿਆਨ ਦਿੱਤਾ ਕਿ ਮੋਰਚੇ ਨਾਲ ਇਹਦਾ ਕੋਈ ਸੰਬੰਧ ਨਹੀਂ, ਇਹਦਾ ਸਾਡੇ ਨਾਲ ਸੰਬੰਧ ਹੈ, ਮੋਰਚੇ ਨੇ ਵੀ ਕਹਿਤਾ ਸਾਡਾ ਸਿੱਖ ਧਰਮ ਨਾਲ ਤਾਂ ਸੰਬੰਧ ਹੈ ਨਾ ਜੀ, ਕਿਤੇ ਨਾ ਸਿੱਖ ਧਰਮ ਨਾਲ ਤਾਂ ਸੰਬੰਧ ਹੈਗਾ। ਜਿਹੜਾ ਸਿੱਖ ਧਰਮ ਦਾ ਇੰਪੈਕਟ ਕਿਹੋ ਜਿਹਾ ਪੈਂਦਾ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ। ਸਿੱਖਾਂ ਦਾ ਜਿਹੜਾ ਅਕਸ ਹੈ, ਜਿਹੜਾ ਬਿੰਬ ਹੈ, ਹਾਂਜੀ, ਉਹ ਤਾਂ ਸੇਵਾ ਦਾ ਹੈ, ਉਹ ਤਾਂ ਹਲੀਮੀ ਦਾ ਹੈ, ਉਹ ਦਇਆ ਦਾ ਹੈ, ਉਹ ਦੂਜਿਆਂ ਦੇ ਉੱਤੇ ਮਿਹਰ ਕਰਨ ਦਾ ਹੈ। 84 ਤੋਂ ਬਾਅਦ ਡਾਕਟਰ ਸਾਹਿਬ ਹਾਂਜੀ 35-34 ਸਾਲ ਸਿੱਖਾਂ ਨੂੰ ਲੱਗ ਗਏ ਆਪਣਾ ਅਕਸ ਸੁਧਾਰਨ ਲਈ, ਉਹ ਵੀ ਆ ਕਿਸਾਨ ਮੋਰਚੇ ਨੇ ਸੁਧਾਰਿਆ ਇਹ ਹਾਂਜੀ। ਔਰ ਨਹੀਂ ਕਾਫੀ ਸਾਰੇ ਹੋਰ ਰੋਲ ਹੋਏ, ਰਵੀ ਸਿੰਘ ਵਾਲੀ ਸੰਸਥਾ, ਲੰਗਰ ਦੀ ਪਰੰਪਰਾ, ਮਤਲਬ ਸੇਵਾ ਦੇ ਥਰੂ ਹੀ ਦੀਨ ਦੁਖੀਆਂ ਦੇ ਜਾ ਕੇ ਕੰਮ ਆਉਣਾ, ਭਾਵੇਂ ਉਹ ਰੋਹਿੰਗਿਆ ਮੁਸਲਮਾਨ ਹੋਣ ਚਾਹੇ ਸੀਰੀਆ ਦੇ ਮੁਸਲਮਾਨ, ਜਿੱਥੇ ਵੀ ਕਿਤੇ ਲੋੜ ਪਈ ਸਿੱਖਾਂ ਨੇ ਜਾ ਕੇ ਮਤਲਬ 30-35 ਸਾਲ ਦੀ ਉਹ ਜਿਹੜੀ 84 ਵਾਲੀ ਘਟਨਾ ਤੋਂ ਬਾਅਦ ਆਪਣਾ ਅਕਸ ਸੁਧਾਰਿਆ ਸੀਗਾ। ਇੱਕ ਘਟਨਾ ਨੇ ਸਾਨੂੰ ਉੱਥੇ ਲੈ ਕੇ ਸਾਰਾ ਰੋਲ ਕਰ ਦਿੱਤਾ, ਉੱਥੇ ਖੜਾ ਸਾਨੂੰ ਫੇਰ ਬੈਕ ਤੇ ਮਾਰਿਆ ਹੈ ਨਾ। ਹੁਣ ਉਹ ਅੱਜ ਅਮਰਿੰਦਰ ਸਿੰਘ ਵੀ ਆਪਣਾ ਕੀ ਕਹਿੰਦੇ ਨੇ ਇੰਟਰਵਿਊ ਉਹ ਸ਼ੇਖਰ ਗੁਪਤਾ ਲੈਣ ਲੱਗਿਆ ਸੀ, ਮੈਂ ਸੁਣੀ ਨਹੀਂ ਹੈਗੀ ਕਿਉਂਕਿ ਮੈਂ ਬਹੁਤਾ ਪਸੰਦ ਨਹੀਂ ਕਰਦੀ। ਉਹ ਵੀ ਉਹ ਸ਼ੇਖਰ ਗੁਪਤਾ ਉਹਨੂੰ ਪੁੱਛਦਾ ਕੁਐਸਚਨ ਵੀ ਤੁਹਾਨੂੰ ਐ ਨਹੀਂ ਲੱਗਦਾ ਵੀ ਉਹ 30-35 ਸਾਲ ਵਾਲੀ ਜਿਹੜੀ ਸਿਚੁਏਸ਼ਨ ਦੁਬਾਰਾ ਪੰਜਾਬ ਦੇ ਵਿੱਚ ਕ੍ਰੀਏਟ ਹੋਣ ਲੱਗੀ ਹੈ ਨਾ। 50 ਕਿਲੋਮੀਟਰ ਤੱਕ ਉਹਨਾਂ ਨੇ BSF ਨੂੰ ਦੇਤਾ, ਆਲਮੋਸਟ ਬਿਆਸ ਤੱਕ ਆ ਲੱਗਣਾ। ਬਿਲਕੁਲ ਸਿਆਸੀ ਗੱਲਾਂ ਤੇ ਹੁਣ ਜੇ ਇਹੋ ਜਿਹੀਆਂ ਘਟਨਾਵਾਂ ਅਸੀਂ ਕਰਾਂਗੇ ਫਿਰ ਦੂਜੀ ਗੱਲ, ਉਹ ਭਾਵੇਂ ਬੁੱਢਾ ਦਲ ਹੋਵੇ ਚਾਹੇ ਕੋਈ ਦਲ ਹੋਵੇ, ਸ਼ੰਕਾ ਇਸ ਗੱਲ ਤੇ ਵੀ ਜਾਂਦੀ ਹੈ ਵੀ ਦਰਬਾਰ ਸਾਹਿਬ ਦੇ ਜਦੋਂ ਅਕਾਲ ਤਖਤ ਢਾਹ ਦਿੱਤਾ ਸੀਗਾ 84 ਦੇ ਵਿੱਚ, ਤੁਹਾਨੂੰ ਯਾਦ ਹੋਊਗਾ, ਤੇ ਸਰਕਾਰ ਨੇ ਬੁੱਢਾ ਦਲ ਦੇ ਜਥੇਦਾਰ ਸੰਤਾ ਸਿੰਘ ਸੀਗੇ ਉਦੋਂ, ਉਹਨਾਂ ਨੂੰ ਬੁਲਾ ਕੇ ਕਾਰ ਸੇਵਾ ਉਹਨੂੰ ਸੌਂਪੀ ਤੇ ਸਾਰੀ ਸਿੱਖ ਸੰਗਤ ਨੇ ਕਿ ਇਹ ਤਾਂ ਸਰਕਾਰੀ ਕਾਰ ਸੇਵਾ ਹੈ, ਢਾਇਆ ਦੁਬਾਰਾ ਅਕਾਲ ਤਖਤ ਦੀ ਉਸਾਰੀ ਕੀਤੀ। ਤੇ ਹੁਣ ਫੇਰ ਇਹ ਉਸੇ ਕਿਸਮ ਦੀ ਮਤਲਬ ਗੱਲ ਇਹ ਹੈ। ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਆਪਾਂ ਥੋੜੀ ਜਿਹੀ ਮੈਂ ਤੁਹਾਨੂੰ ਹੋਰ ਤਰ੍ਹਾਂ ਗੱਲ ਵੀ ਕਰਨੀ ਚਾਹੁੰਦਾ। ਇੱਕ ਗੱਲ ਤੇ ਇਹ ਹੈ ਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਉਸ ਵਿਅਕਤੀ ਨੂੰ ਇਸਤੇਮਾਲ ਕੀਤਾ ਗਿਆ ਹੋਊਗਾ, ਉਹਨੇ ਗਲਤੀ ਕੀਤੀ ਹੋਏਗੀ। ਇੱਕ ਅਮਲੀ ਬੰਦਾ ਨਸ਼ਈ ਆਪਣੇ ਨਸ਼ੇ ਦੀ ਖਾਤਰ ਜੋ ਆਪਣੀਆਂ ਬੇਟੀਆਂ ਦਾ, ਆਪਣੇ ਪਰਿਵਾਰ ਦਾ ਕੋਈ ਉਹਨੂੰ ਧਿਆਨ ਨਹੀਂ ਹੈ, ਤੇ ਉਹ ਵਿਅਕਤੀ ਪੈਸੇ ਲੈਣ ਦੀ ਖਾਤਰ ਆਪਣਾ ਨਸ਼ਾ ਪੂਰਾ ਕਰਨ ਲਈ ਕੋਈ ਵੀ ਮੰਦਭਾਗੀ ਘਟਨਾ ਕਰ ਸਕਦਾ। ਆਪਾਂ ਇਸ ਗੱਲ ਨੂੰ ਡਰਾਈ ਨਹੀਂ ਕਰਦੇ ਕਿ ਉਹਨੇ ਗਲਤੀ ਨਹੀਂ ਕੀਤੀ ਹੋਏਗੀ, ਕੀਤੀ ਹੋਏਗੀ, ਕਿਉਂਕਿ ਜਿਹੜਾ ਨਸ਼ਈ ਵਿਅਕਤੀ ਆ, ਅਮਲੀ ਬੰਦਾ ਆ, ਉਹ ਜਿੱਥੇ ਮਾਨਸਿਕ ਤੌਰ ਤੇ ਟੁੱਟਾ ਹੁੰਦਾ ਆ, ਨਾਲ ਦੀ ਨਾਲ ਆਰਥਿਕ ਤੌਰ ਤੇ ਵੀ ਬੜਾ ਵੀਕ ਹੁੰਦਾ। ਉਹ ਕੁਦਰਤੀ ਹੈ, ਉਹਦੇ ਸਾਰੇ ਸੋਰਸਸ ਤਾਂ ਨਸ਼ੇ ਤੇ ਉਹਨੂੰ ਤੇ ਇੱਕ ਟਾਈਮ ਦੇ ਨਸ਼ੇ ਦੇ ਕਰਕੇ, ਵੈਸੇ ਵੀ ਉਹ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ, ਇੱਕ ਮਜ਼ਦੂਰ ਕਿਸਮ ਦਾ ਨਹੀਂ ਡਾਕਟਰ ਸਾਹਿਬ, ਕੋਈ ਅਮੀਰ ਵੀ ਨਸ਼ੇ ਹੋਵੇ ਤੇ ਗਰੀਬ ਹੋਣਾ ਹੀ ਆ ਨਾ, ਉਹਦੀ ਆਰਥਿਕਤਾ ਤੇ ਖਰਾਬ ਹੋਣੀ ਆ। ਜਿੱਦਾਂ ਦੇ ਨਸ਼ੇ ਨੇ ਹੁਣ
ਜਿਹੜੀ ਉਹ ਜਿਹਨੂੰ ਚਿੱਟਾ ਕਹਿੰਦੇ ਆ ਸਮੈਕ ਵਗੈਰਾ ਲੈਂਦੇ ਨੇ, ਉਹ ਤੇ ਕਹਿੰਦੇ ਇੱਕ ਵਿਅਕਤੀ 20-30 ਹਜ਼ਾਰ ਦੀ ਇੱਕ ਦਿਨ ਚ ਲੈ ਜਾਂਦਾ। ਬਿਲਕੁਲ ਬਹੁਤ ਕਾਸਟਲੀ, ਜਿੰਨਾ ਮਰਜ਼ੀ ਕੋਈ ਅਮੀਰ ਪਰਿਵਾਰ ਵੀ ਹੋਵੇ, ਸਭ ਦੀਆਂ ਜ਼ਮੀਨਾਂ ਵਿਕ ਜਾਂਦੀਆਂ, ਉੱਜੜ ਜਾਂਦੇ ਨੇ। ਬਹੁਤ ਕਹਾਣੀਆਂ ਪੜ੍ਹਦੇ ਆ ਅਸੀਂ ਉੱਜੜ ਜਾਂਦੇ। ਤੇ ਜਿਹੜੇ ਖਾਸ ਕਰਕੇ ਇਸ ਤਰ੍ਹਾਂ ਦੇ ਲੋਕ ਨੇ, ਉਹ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੁੰਦੇ ਆ, ਆਰਥਿਕ ਤੌਰ ਤੇ ਵੀ ਕਮਜ਼ੋਰ ਹੁੰਦੇ ਆ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਵਰਗਲਾਇਆ ਜਾਂਦਾ, ਇਹ ਚ ਕੋਈ ਦੋ ਰਾਵਾਂ ਨਹੀਂ, ਇਹ ਗੱਲ ਮੰਨੀ ਜਾ ਸਕਦੀ ਆ। ਹਾਂਜੀ, ਦੂਜੀ ਗੱਲ ਜਿਹੜੀ ਆ, ਜਿਹੜਾ ਬਿਹੇਵੀਅਰ ਜਥੇਬੰਦੀਆਂ ਜਿਹੜੀਆਂ ਨਿਹੰਗ ਸਿੰਘਾਂ ਦੀਆਂ ਉਹਨਾਂ ਨੇ ਕੀਤਾ, ਉਹਦੇ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕਿਉਂਕਿ ਜਿਹੜਾ ਹੁਣ 21ਵੀਂ ਸਦੀ 'ਚ ਅਸੀਂ ਜੀ ਰਹੇ ਹਾਂ, ਠੀਕ ਹੈ, ਸਾਡੀਆਂ ਮਹਾਨ ਪਰੰਪਰਾਵਾਂ ਨੇ, ਉਹ ਸ਼ਸਤਰ ਰੱਖਦੇ ਨੇ, ਉਸ ਤਰ੍ਹਾਂ ਦੀ ਵਰਦੀ ਫੌਜੀ ਪਹਿਨਦੇ ਨੇ, ਉਹਦੇ ਕੋਈ ਮੀਨਿੰਗ ਵੀ ਨਹੀਂ ਉਹਦੇ ਪਿੱਛੇ ਹੋਣਗੇ, ਬਹੁਤ ਵੱਡੇ ਉਹਦੇ ਲੌਜਿਕ ਹੋ ਸਕਦੇ ਆ, ਪਰ ਕਿਤੇ ਨਾ ਕਿਤੇ ਆਪਾਂ ਨੂੰ ਇਦਾਂ ਨਹੀਂ ਲੱਗਦਾ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਬਹੁਤ ਘੱਟ ਅੱਜ ਦੇ ਯੁੱਗ ਦੇ ਪੜ੍ਹੇ ਲਿਖੇ ਸਾਇੰਸ ਪੜ੍ਹੇ ਲੋਕ, ਜਾਂ ਜਿਹੜੀਆਂ ਦੁਨਿਆਵੀ ਸਿੱਖਿਆ ਬਾਕੀ ਅਸੀਂ ਕਾਲਜਸ ਯੂਨੀਵਰਸਿਟੀਆਂ ਵਾਲੀ ਲੈਂਦੇ ਹਾਂ, ਧਾਰਮਿਕ ਵਿਦਿਆ ਉਹਨਾਂ ਕੋਲ ਹੋਊਗੀ, ਉਹ ਆਪਣਾ ਮੈਨੂੰ ਲੱਗਦਾ ਕਿ ਉਹ ਆਪਣੀ ਪੋਥੀਆਂ ਪੜ੍ਹ ਕੇ ਉਹ ਗਿਆਨ ਉਹਨਾਂ ਨੂੰ ਹੋ ਸਕਦਾ, ਪਰ ਜਿਹੜੀ ਬਾਹਰ ਦੀ ਦੁਨੀਆ ਦਾ ਦਾਇਰਾ ਆ ਜਿਸ 'ਚ ਅਸੀਂ ਵਿਚਰਨਾ ਆ, ਉਹਦੇ ਤੋਂ ਕਿਤੇ ਨਾ ਕਿਤੇ ਪਛੜੇ ਹੋਏ ਨਹੀਂ ਲੱਗਦੇ ਤੁਹਾਨੂੰ ਨਿਹੰਗ ਸਿੰਘ ਜਥੇਬੰਦੀਆਂ? ਕਿਤੇ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਨਿਹੰਗਾਂ ਸਿੰਘਾਂ 'ਚ ਕੋਈ ਬਹੁਤ ਲਰਨਡ ਬੰਦੇ ਜੀਂਗੇ ਸਿੱਖ ਨੂੰ ਪਛੜਿਆ ਹੋਇਆ ਹੋਣਾ ਨਹੀਂ ਚਾਹੀਦਾ ਹੈਗਾ, ਕਿਉਂਕਿ ਉਹ ਗੁਰੂ ਨੇ ਤਾਂ ਸਾਨੂੰ ਆਗਿਆ ਕੀਤਾ ਸਦ ਜਾਗਤ ਦੀ, ਸਦਾ ਜਾਗਦੇ ਰਹਿਣ ਦੀ। ਸਦਾ ਜਾਗਦੇ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 24 ਘੰਟੇ ਮਤਲਬ ਸੌਣਾ ਹੀ ਨਹੀਂ ਹੈ। ਸਦਾ ਜਾਗਦੇ ਰਹਿਣ ਦੇ ਮੁਤਾਬਕ ਹੈ ਕਿ ਤੁਸੀਂ ਸਮੇਂ ਨੂੰ ਸਮਝਣਾ, ਸਮੇਂ ਦੇ ਅਨੁਸਾਰ ਚੱਲਣਾ। ਠੀਕ ਹੈ, ਆਪਣੀ ਪਰੰਪਰਿਕ ਡਰੈਸ ਰੱਖਣੀ ਚਾਹੀਦੀ ਹੈ, ਸਾਰਾ ਕੁਝ ਹੋਣਾ ਚਾਹੀਦਾ, ਪਰ ਤੁਹਾਨੂੰ ਆਪਣਾ ਮਤਲਬ ਤੁਹਾਨੂੰ ਆਪਣੇ ਵੇਜ਼ ਨਹੀਂ, ਸਮੇਂ ਦੇ ਹਾਣ ਦੇ ਵੀ ਹੋਣਾ ਚਾਹੀਦਾ, ਸਮੇਂ ਦੇ ਹਾਣ ਦੇ ਹੋਣਾ ਪੈਂਦਾ। ਜੇ ਤੁਸੀਂ ਸਮੇਂ ਦੇ ਹਾਣ ਦੇ ਨਹੀਂ ਹੋਵੋਗੇ ਫਿਰ ਤੁਸੀਂ ਪਛੜ ਜਾਓਗੇ। ਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜੀ ਦੁਨਿਆਵੀ ਵਿਦਿਆ, ਮੈਂ ਤਾਂ ਹੀ ਕਿਹਾ, ਜਿਹੜੀ ਦੁਨਿਆਵੀ ਵਿਦਿਆ ਵਾ, ਇਹ ਵੀ ਠੀਕ ਹੈ, ਧਾਰਮਿਕ ਵਿਦਿਆ ਦਾ ਆਪਾਂ ਕੋਈ ਇਹ ਨਹੀਂ ਕਹਿ ਸਕਦੇ ਕਿ ਉਹ ਘੱਟ ਵਿਦਿਆ ਹੁੰਦੀ ਆ, ਉਹਦਾ ਵੀ ਜੀਵਨ ਦੀ ਸ਼ੈਲੀ ਨਾਲ ਸਿੱਧਾ ਸੰਬੰਧ ਹੈ, ਇੱਕ ਚੰਗਾ ਮਨੁੱਖ ਬਣਾਉਣ ਲਈ ਸੰਬੰਧ ਹੈ, ਪਰ ਉਹਦੇ ਨਾਲ ਦੀ ਨਾਲ ਜਿਹੜੀ ਦੁਨਿਆਵੀ ਵਿਦਿਆ ਆ, ਮਾਡਰਨ ਯੁੱਗ ਦੇ ਵਿੱਚ ਸਮੇਂ ਦੇ ਹਾਣੀ ਬਣਨ ਲਈ, ਬਾਹਰ ਦੀ ਦੁਨੀਆ ਨਾਲ ਵਿਚਰਨ ਲਈ, ਇਕੱਲੇ ਧਰਮ ਤੋਂ ਅਸੀਂ ਕਹੀਏ ਕਿ ਮਦਰਸੇ 'ਚ ਪੜ੍ਹ ਕੇ ਕੋਈ ਵਿਅਕਤੀ ਸਾਰਾ ਕੁਝ ਹੀ ਸਮਝ ਜਾਂਦਾ, ਜਾਂ ਗੁਰਦੁਆਰੇ 'ਚ, ਇਹ ਨਹੀਂ ਆਪਾਂ ਕਹਿ ਸਕਦੇ ਵੀ ਪੜ੍ਹੇ ਲਿਖੇ ਨਹੀਂ ਹੋਣਗੇ ਪੜ੍ਹੇ ਲਿਖੇ, ਪਰ ਫਿਰ ਉਹਨਾਂ ਦਾ ਰਿਐਕਸ਼ਨ ਹੋਣਾ ਚਾਹੀਦਾ ਸੀ ਨਾ, ਜੇ ਪੜ੍ਹੇ ਲਿਖੇ ਹੋਣਾ ਚਾਹੀਦਾ ਸੀਗਾ। ਤੇ ਇਹ ਦੇਖੋ, ਇਹਦਾ ਬਹੁਤ ਖਰਾਬ ਕੰਮ ਇਹ ਹੋਇਆ ਵੀ ਇੱਕ ਤਾਂ ਸਿੱਖਾਂ ਦੇ ਉੱਤੇ ਠੱਪਾ ਲੱਗ ਗਿਆ ਕਿ ਇਹ ਤਾਂ ਬਹੁਤ ਕਰੂਅਲ ਨੇ, ਇਹ ਤਾਲੀਬਾਨੀ ਨੇ, ਹੈ ਨਾ, ਸਾਡੀ ਇਮੇਜ ਖਰਾਬ ਹੋਈ ਹੈ, ਇਹਦੇ ਨਾਲ ਕੋਈ ਉਹ ਨਹੀਂ ਹੋਈ ਹੈਗੀ ਅਸੀਂ ਵੀ ਬਹੁਤ ਉਹ ਹਾਂ ਜੀ, ਅਸੀਂ ਬਦਲਾ ਲੈ ਲੈਂਦੇ ਹਾਂ ਫਟਾਫਟ, ਇਹੋ ਜਿਹੀ ਗੱਲ ਨਹੀਂ ਹੈ। ਕੋਈ ਮੈਸੇਜ ਗਿਆ, ਮੈਸੇਜ ਗਲਤ ਗਿਆ, ਜਿਹੜੇ ਲੋਕ ਬਿਲਕੁਲ ਹੀ ਜਾਣਦੇ ਸਿੱਖ ਕੌਣ ਨੇ, ਉਹਨਾਂ ਦੇ ਵਿੱਚ ਤਾਂ ਬਹੁਤ ਹੀ ਗਲਤ ਮੈਸੇਜ ਗਿਆ, ਕਿਉਂਕਿ ਉਹ ਤਸਵੀਰਾਂ ਸਭ ਨੇ ਦੇਖੀਆਂ ਹੋਣਗੀਆਂ, ਬੱਚਿਆਂ ਨੇ ਦੇਖੀਆਂ ਹੋਣਗੀਆਂ। ਤੇ ਦੂਜੀ ਗੱਲ ਜਿਹੜੀ ਇਹ ਹੈ ਵੀ ਪੋਲੀਟੀਕਲੀ ਇਹਨੂੰ ਕਿਸ ਤਰ੍ਹਾਂ ਐਕਸਪਲਾਇਟ ਗੋਦੀ ਮੀਡੀਆ ਨੇ ਕਰਨਾ, ਸਰਕਾਰ ਨੇ ਕਰਨਾ। ਫਿਰ ਤੁਸੀਂ ਮਾਇਆਵਤੀ ਦਾ ਬਿਆਨ ਆ ਗਿਆ ਵੀ ਨਹੀਂ ਜੀ, ਇੱਕ ਦਲਿਤ ਨੂੰ, ਹੁਣ ਸਿੱਖੀ ਦੇ ਵਿੱਚ ਤਾਂ ਜਾਤ ਪਾਤ ਦੀ ਗੱਲ ਹੀ ਨਹੀਂ ਹੈਗੀ, ਨਾਲ ਅੱਗੋਂ ਇਹ ਵੀ ਗੱਲ ਬਾਹਰ ਆ ਕਹਿੰਦੇ ਆ, ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਉਹ ਹੈਗੀ, ਮੈਂ ਮੰਨਦੀ ਹਾਂ। ਨਹੀਂ, ਜਿਹੜੀ ਨਿਹੰਗ ਸਿੰਘ ਜਥੇਬੰਦੀਆਂ 'ਚ ਜ਼ਿਆਦਾਤਰ 75% ਤੋਂ ਜ਼ਿਆਦਾ ਦਲਿਤ ਭਾਈਚਾਰੇ 'ਚ ਲੋਕ ਨੇ। ਜਿਹਨੇ ਮਾਰਿਆ ਉਸ ਬੰਦੇ ਨੂੰ ਸਜ਼ਾ ਦਿੱਤੀ ਹੈ, ਜਾਂ ਉਹ ਕਹਿੰਦਾ ਮੈਂ ਸੋਧਿਆ, ਉਹ ਵੀ ਤਾਂ ਸੇਮ ਕਮਿਊਨਿਟੀ ਨੂੰ ਬਿਲੋਂਗ ਕਰਦਾ ਨਾ। ਸਰਬਜੀਤ ਸਿੰਘ, ਅਮਨ ਸਿੰਘ ਵੀ ਸਾਰੇ ਇਹ ਦਲਿਤ ਨੇ। ਮੈਂ ਕੱਲ ਪੜ੍ਹ ਰਹੀ ਸੀਗੀ, ਉਹ ਨਾ ਪੜ੍ਹਨੀ ਟੀਵੀ ਤੇ ਇੰਟਰਨੈਟ ਤੇ ਪਾਈਆਂ ਹੋਈਆਂ ਸੀ, ਉੱਥੇ ਕੀ ਕਹਿੰਦੇ ਹੁੰਦੇ ਨੇ, ਯੂਪੀ ਦੇ ਵਿੱਚ ਮੁਸਲਮਾਨ ਅਤੇ ਪਤਾ ਨਹੀਂ ਹੁਣ ਉਹ ਕਿਸ ਕਿਸਮ ਦੇ ਮੁਸਲਮਾਨ ਹੋਣਗੇ, ਬਹੁਤੇ ਤਾਂ ਕਿਸਾਨ ਮੋਰਚੇ ਦੇ ਨਾਲ ਨੇ, ਤੇ ਦਲਿਤ ਨੇ ਜਿਹੜੇ ਉਹ ਕਿਸਾਨ ਮੋਰਚੇ ਦੇ ਖਿਲਾਫ ਹੋ ਗਏ ਹੋਏ ਨੇ, ਸਿੱਖਾਂ ਦੇ ਖਿਲਾਫ। ਉਹ ਨਹੀਂ ਵੀ ਹੋਏ ਹੋਣਗੇ ਤੇ ਉਹਨਾਂ ਮੀਡੀਆ ਨੇ ਬਣਾਤਾ ਹੋਵੇਗਾ ਕਿ ਇਦਾਂ ਹੋ ਗਿਆ, ਇੰਪੈਕਟ ਤੇ ਵੇਖੋ ਪੈਗਾ। ਮਤਲਬ ਹੈ ਵੀ ਔਨ ਦੀ ਹੋਲ ਇਹਦਾ ਇੰਪ੍ਰੈਸ਼ਨ ਬਹੁਤ ਬੁਰਾ ਪਿਆ, ਕੋਈ ਚੰਗਾ ਇੰਪ੍ਰੈਸ਼ਨ। ਡਾਕਟਰ ਸਾਹਿਬ, ਜਿਹੜੀ 35-36 ਸਾਲ ਦੀ ਘਾਲਣਾ, ਜਾਂ 18ਵੀਂ ਸਦੀ ਤੋਂ ਜਦੋਂ ਤੋਂ ਸਿੱਖ ਪੰਥ ਦਾ ਕ੍ਰਿਟੀਕਲ ਸਮਾਂ ਹੀ, ਉਹਨੂੰ ਕਹਿੰਦੇ ਆ ਗੋਲਡਨ ਈਰਾ ਵੀ ਕਹਿੰਦੇ ਆ, ਜਦੋਂ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਉਹ ਤੋਂ ਬਾਅਦ ਇੱਕ ਸਿੱਖ ਰਾਜ ਦੀ ਸਥਾਪਨਾ ਹੋਈ, ਤੇ ਜਿਹੜਾ ਲੰਬੇ ਸਮੇਂ ਦਾ ਇਤਿਹਾਸ ਉਹ ਸਾਡਾ ਇੱਕ ਘਟਨਾ ਨਾਲ ਮਿਟਾਇਆ ਤੇ ਨਹੀਂ ਜਾ ਸਕਦਾ, ਪਰ ਫੌਰੀ ਤੌਰ ਤੇ ਜਿਹੜੇ ਕੰਮ ਅਕਲੇ ਲੋਕ ਹੁੰਦੇ ਨੇ, ਜਿਹੜੇ ਜਿੱਦਾਂ 84 'ਚ ਹੋਇਆ ਸੀਗਾ, ਹਨਾ, 84 'ਚ ਵੀ ਤਾਂ ਇਦਾਂ ਹੀ ਹੋਇਆ ਸੀਗਾ ਕਿ ਹਿਸਾਰ ਤੋਂ ਜਾਟ ਜਾਂ ਉਹ ਲੋਕਾਂ ਨੂੰ ਭਰ ਕੇ ਗੱਡੀਆਂ 'ਚ ਲੈ ਆਂਦਾ ਗਿਆ ਉਸ ਸਮੇਂ ਦੀ ਹਕੂਮਤ ਵੱਲੋਂ, ਤੇ ਉਹਨਾਂ ਨੇ ਬਿਨਾਂ ਇਹ ਸੋਚਿਆ ਜਿਹੜਾ ਵੀ ਬੰਦਾ ਪਗੜੀ ਧਾਰੀ ਜਾਂ ਕੇਸਾਂ ਧਾਰੀ ਆ, ਕੀ ਹੋਇਆ, ਉਹ ਸਾਰਾ ਕੁਝ ਕੀਤਾ। ਮਤਲਬ ਮੇਰਾ ਮਤਲਬ ਇਹ ਆ ਕਿ ਬਹੁਤ ਸਾਰੇ ਲੋਕ ਸਾਡੇ ਸਮਾਜ 'ਚ ਕ੍ਰਿਮੀਨਲ ਟਾਈਪ ਹੁੰਦੇ ਆ, ਜਿਹੜੇ ਇਸ ਚੀਜ਼ ਨੂੰ ਦੂਜੀ ਤਰ੍ਹਾਂ ਵਰਤ ਸਕਦੇ ਆ, ਪਰ ਮੁੱਖ ਤੌਰ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ
ਸਿੱਖ ਧਰਮ ਦਾ ਜਿਹੜਾ ਇਤਿਹਾਸ ਹੈ ਪਿਛੋਕੜ ਹੈ, ਤੇ ਜਿਹੜੇ ਤਰੀਕੇ ਨਾਲ ਅਸੀਂ ਲੰਮੇ ਸਮੇਂ ਤੋਂ ਆਪਣੀ ਸਥਿਤੀ 'ਚ ਸੁਧਾਰ ਕਰਨ ਲਈ ਯਤਨ ਕਰ ਰਹੇ, ਜਿਵੇਂ ਪਹਿਲਾਂ ਕੀਤਾ ਪਿਛਲੇ 84 ਤੋਂ ਬਾਅਦ, ਉਹਨੂੰ ਇੱਕ ਘਟਨਾ ਨਾਲ ਧੋਇਆ ਨਹੀਂ ਜਾ ਸਕਦਾ ਤੇ ਨਾ ਹੀ ਇਹਦਾ ਕੋਈ ਬਹੁਤਾ ਜ਼ਿਆਦਾ ਹੋ ਸਕਦਾ। ਪਰ ਕਿਉਂਕਿ ਇੱਕ ਧਰਮ ਜਿਹੜਾ ਬੜਾ ਸੰਜੀਦਾ, ਸੌਫਟ, ਬੇਗਮਪੁਰੇ ਵਾਲਾ ਜਿਹੜਾ ਕਨਸੈਪਟ ਹੈ, ਕਹਿੰਦੇ ਪੂਰਾ ਸੈਰ ਕਾ ਨਾਮ, ਬੇਗਮਪੁਰੇ ਵਾਲਾ ਕਨਸੈਪਟ ਅਸੀਂ ਜਦੋਂ ਕਹਿੰਦੇ ਆ ਕਿ ਜਿਹਦੇ ਵਿੱਚ ਕਿਸੇ ਨਾਲ ਵਧੀਕੀ ਨਹੀਂ ਹੋ ਸਕਦੀ, ਨਹੀਂ ਹੋਊਗੀ, ਕਿਸੇ ਉੱਥੇ ਕੋਈ ਦੁੱਖ ਨਹੀਂ ਹੋਊਗਾ, ਕੋਈ ਜ਼ੁਲਮ ਨਹੀਂ ਹੋਊਗਾ, ਕੋਈ ਇਸ ਕਿਸਮ ਦੀ ਮਤਲਬ ਉਹ ਨਹੀਂ ਹੋਊਗੀ ਵੀ ਬੰਦਾ ਘੁੰਮ ਸਕਦਾ, ਫਿਰ ਸਕਦਾ। ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਵੀ ਉਹਨੇ ਕੀਤੀ ਹੋਊਗੀ ਬੇਹਰਮਤੀ। ਅਸੀਂ ਇਸ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ। ਇੱਕ ਤਾਂ ਉਹਦਾ ਕੋਈ ਨਾ ਕੋਈ ਰਿਕਾਰਡ ਰੱਖਣਾ ਚਾਹੀਦਾ ਸੀਗਾ। ਦੂਜੀ ਗੱਲ, ਇਸ ਕਿਸਮ ਦੇ ਨਾਲ ਇਮੀਡੀਏਟ ਸਜ਼ਾ ਦੇਣੀ ਹੈ ਜਿਹੜੀ, ਜਾਂ ਬੰਦੇ ਦੇ ਹੱਥ ਪੈਰ ਕੱਟ ਕੇ ਕਰੂਅਲ ਢੰਗ ਦੇ ਨਾਲ ਮਾਰਨਾ, ਇਹ ਸਿਖਲਾਇਕ ਨਹੀਂ ਹੈ। ਐਟਲੀਸਟ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦੀ। ਬਿਲਕੁਲ ਸਹੀ ਆਪਾਂ ਕਹਿ ਰਹੇ, ਕੋਈ ਵੀ ਸਹੀ ਸੋਚ ਵਾਲਾ ਬੰਦਾ ਇਹੀ ਗੱਲ ਕਹੇਗਾ। ਹੁਣ ਆਪਾਂ ਥੋੜਾ ਜਿਹਾ ਆਈਏ ਕਿ ਬੇਅਦਬੀ ਦਾ ਮਾਮਲਾ ਹੈ ਕੀ ਅਸਲ 'ਚ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਸਭ ਤੋਂ ਪਹਿਲਾਂ ਆਇਆ ਸੀਗਾ ਕਿ ਸਰਬਲੋਕ ਗ੍ਰੰਥ, ਤੇ ਜਦੋਂ ਪਹਿਲੇ ਦਿਨ ਇਹ ਘਟਨਾ ਹੋਈ ਸੀ ਤੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਰਬਲੋਕ ਗ੍ਰੰਥ ਕੀ ਆ। ਮੇਰੇ ਨਾਲ ਸੈਚਰਡੇ ਆਉਂਦੇ ਨੇ ਆਪਣਾ ਗੱਜਣ ਵਾਲਾ ਸੁਖਮਿੰਦਰ ਰੀ, ਮੈਂ ਉਹਨਾਂ ਨੂੰ ਕੁਐਸਚਨ ਕੀਤਾ। ਥੋੜੇ ਜਿਹਾ ਸੰਕੋਚ ਸਾਰੇ ਕਰਦੇ, ਧਾਰਮਿਕ ਬੰਦਿਆਂ ਨੂੰ ਸਾਰੇ ਥੋੜੇ ਪਾਸੇ ਹਟ ਕੇ ਰਹਿਣਾ ਚਾਹੁੰਦੇ ਆ, ਤੇ ਉਹ ਇਸ ਕਰਕੇ ਕਿ ਗੱਲ ਤਾਂ ਕੋਈ ਪੂਰੀ ਸੁਣੇ ਝੱਟ ਮਗਰ ਪੈ ਜਾਂਦੇ ਆ ਤੁਹਾਡੇ। ਹਾਂਜੀ, ਤੇ ਉਹਨਾਂ ਨੇ ਮੈਨੂੰ ਕਿਹਾ ਜੀ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਹਾਲਾਂਕਿ ਉਹ ਰਿਸਰਚ ਸਕਾਲਰ ਰਹੇ ਆ ਸ਼੍ਰੋਮਣੀ ਕਮੇਟੀ ਦੇ, ਤੇ ਮੈਨੂੰ ਪਤਾ ਸੀ ਕਿ ਉਹ ਇਸ ਗੱਲ ਤੋਂ ਟਾਲਾ ਵੱਟ ਰਹੇ, ਨਹੀਂ ਦੱਸਣਾ ਚਾਹੁੰਦੇ ਕਿ ਮੈਂ ਇਹ 'ਚ ਕਿਉਂ ਪੈਣਾ। ਮੈਂ ਫਿਰ ਦੁਬਾਰਾ ਵੇਖੀਆਂ, ਹੁਣ ਸੋਸ਼ਲ ਮੀਡੀਆ ਤੇ ਲੋਕਾਂ ਨੇ ਪਾਇਆ, ਔਰ ਭਾਈ ਕਾਹਨ ਸਿੰਘ ਨਾਭਾ ਹਰਾਂ ਤੋਂ ਵੱਡਾ ਸਕਾਲਰ ਕੋਈ ਨਹੀਂ, ਉਹਨਾਂ ਸਰਬਲੋਕ ਗ੍ਰੰਥ ਦੀ ਪੂਰੀ ਡਿਟੇਲ ਜਿਹੜੀ ਆ ਉਹ ਵਿਆਖਿਆ ਕੀਤੀ ਹੋਈ ਹੈ। ਸ਼ਾਇਦ ਤੁਸੀਂ ਵੇਖ ਲਈ ਹੋਣੀ, ਕਿਤੇ ਆਈ ਆ ਉਹ। ਨਹੀਂ, ਮੈਂ ਨਹੀਂ ਵੇਖੀ। ਉਹਦੇ ਵਿੱਚ ਉਹ 'ਚ ਸਿਰਫ ਇਹ ਦੱਸਿਆ ਕਿ ਕਿਸ ਤਰ੍ਹਾਂ ਦੈਂਤਾਂ ਦੀ ਇੰਦਰ ਦੇਵਤੇ ਨਾਲ ਲੜਾਈ, ਤੇ ਉਹ ਅਸਲ 'ਚ ਪਤਾ ਕੀ ਹੈ, ਆ ਜਿਹੜਾ ਆਪਾਂ ਅਸੀਂ ਕਹਿੰਦੇ ਆ ਵੀ ਦਸਮ ਗ੍ਰੰਥ ਹੈ, ਇਹਦੇ ਵਿੱਚ ਬਹੁਤ ਕਿਸਮ ਦਾ ਲਿਟਰੇਚਰ ਹੈ ਜਿਹੜਾ ਉਹ ਮਿਸਲੇਨੀਅਸ ਕਿਸਮ ਦਾ ਹੈ। ਇਹ ਐ ਨਹੀਂ ਵੀ ਕੋਈ ਇੱਕ ਵਿਸ਼ੇ ਨਾਲ ਰਿਲੇਟਡ ਹੈ, ਇਹ ਵੱਖ-ਵੱਖ ਰਚਨਾਵਾਂ ਨੂੰ ਇਕੱਠਾ ਕੀਤਾ ਹੋਇਆ ਇੱਕ ਥਾਂ ਦੇ ਉੱਤੇ ਹੈ ਨਾ। ਇਹ ਇਸੇ ਤਰ੍ਹਾਂ ਹੁਣ ਸ਼ਸਤਰਮਾਲਾ, ਜਿਵੇਂ ਹੁਣ ਉਹਦੇ ਵਿੱਚ ਸ਼ਸਤਰਾਂ ਦੀ ਪੂਜਾ ਕਰਨੀ ਦੱਸੀ ਹੋਈ। ਹੁਣ ਸਾਨੂੰ ਇੱਕ ਓਂਕਾਰ ਜਾਂ ਅਕਾਲ ਪੁਰਖ ਦੀ ਪੂਜਾ ਵੱਲੋਂ ਹਟਾ ਕੇ ਸ਼ਸਤਰਾਂ ਵੱਲ ਪੂਜਾ ਦਾ ਲੱਗਣ ਦਾ ਕੀ ਮਤਲਬ ਹੋਇਆ ਹੈ ਨਾ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਨਾਲ ਲਾ ਕੇ ਕੀਤੀਆਂ ਜਾਂਦੀਆਂ ਨੇ ਬਾਣੀ। ਇਸੇ ਤਰ੍ਹਾਂ ਸਰਬਲੋਕ ਗ੍ਰੰਥ ਹੈ, ਤੇ ਇਹ ਕਈ ਹਿੱਸੇ ਆ ਦਸਮ ਗ੍ਰੰਥ ਦੇ, ਇਹ ਹੈ ਨਾ। ਪਰ ਜਿਹੜਾ ਉਹ ਗ੍ਰੰਥ ਹੈ ਉਹ ਦਸਮ ਗ੍ਰੰਥ ਤੋਂ ਵੀ ਅਲੱਗ ਹੈ, ਸਰਬਲੋਕ ਗ੍ਰੰਥ ਅਲੱਗ ਹੈ। ਹਾਂਜੀ, ਇਹਨੂੰ ਪਰ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਹੀ ਹੈ ਵੀ ਉਹਨਾਂ ਵੱਲੋਂ ਰਚਿਆ ਹੋਇਆ ਹੈ। ਹਾਂਜੀ। ਅੱਛਾ, ਹੁਣ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਕ ਸੰਧੂ ਸਾਹਿਬ ਦਾ ਜਿਹੜਾ ਫੋਨ ਆਉਂਦਾ ਸੀਗਾ, ਜਿਹੜਾ ਗੁਰਮੀਤ ਸਿੰਘ ਪਿੰਕੀ ਆ, ਉਹਦਾ ਗੋਤ ਵੀ ਸੰਧੂ ਆ। ਅੱਛਾ, ਉਹਦੇ ਨਾਲ ਵੀ ਜੋੜ ਕੇ ਵੇਖੀ ਜਾ ਰਹੀ ਹੈ ਗੱਲ, ਤੇ ਉਹਦਾ ਇਤਿਹਾਸ ਵੀ ਆਪਾਂ ਨੂੰ ਪਤਾ ਹੈ ਕਿ ਕਿੱਦਾਂ ਜਿਹੜਾ ਸੁਮੇਧ ਸੈਣੀ ਜਿਹੜਾ ਡੀਜੀਪੀ ਹੁਣ ਕੇਸਾਂ 'ਚ ਫਸਿਆ, ਕੈਟ ਦੇ ਤੌਰ ਤੇ ਉਹਨੇ ਇਹਨੂੰ ਪ੍ਰਮੋਟ ਕੀਤਾ। ਔਰ ਇਹਦਾ ਜਿਹੜਾ ਜੋੜ ਮੇਲਾ ਪੁਰਾਣਾ ਉਹ ਪੂਲੇ ਨਿਹੰਗ ਨਾਲ ਵੀ ਜਿੱਦਾਂ ਰਿਹਾ, ਤੇ ਪੂਲੇ ਨਿਹੰਗ ਬਾਰੇ ਤੁਸੀਂ ਨਿਹੰਗਾਂ ਦੀਆਂ ਘਟਨਾਵਾਂ ਦੇਖੋ। ਪਹਿਲਾਂ ਕਾਰ ਸੇਵਾ ਆ ਗਈ ਜਿਹੜੀ ਅਕਾਲ ਤਖਤ ਦੀ ਕਰਾਈ, ਉਹ ਕਮਿਊਨਿਟੀ ਨੇ ਢਵਾਇਆ। ਫਿਰ ਪੂਲਾ ਨਿਹੰਗ ਹੈ ਜਿਹੜਾ, ਉਹ ਕਿਸ ਤਰ੍ਹਾਂ ਮੁੰਡਿਆਂ ਨੂੰ ਫੜਾਉਂਦਾ ਰਿਹਾ, ਮਰਵਾਉਂਦਾ ਰਿਹਾ, ਕੀ ਕੁਛ ਉਹਨੇ ਕੀਤਾ, ਤੇ ਅਲਟੀਮੇਟਲੀ ਉਹਦਾ ਐਂਡ ਕੀ ਹੋਇਆ ਹੈ ਨਾ। ਇਹ ਜਿਹੜਾ ਰੋਲ ਹੈ ਜਿਹੜਾ ਨਾ, ਇਹ ਸਾਰੇ ਸਿੱਖ ਪੰਥ, ਸਮੁੱਚੇ ਸਿੱਖ ਪੰਥ ਦੇ ਕੁਝ ਫਿਊ ਲੋਕਾਂ ਨੂੰ ਛੱਡ ਕੇ ਡਾਊਟ ਪੈਦਾ ਕਰਦਾ ਹੈ। ਜੀ ਡਾਕਟਰ ਸਾਹਿਬ, ਆਪਾਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਈਏ ਕਿ ਅਸੀਂ ਨਿਹੰਗ ਸਿੰਘ ਜਥੇਬੰਦੀਆਂ, ਨਿਹੰਗ ਸਿੰਘ ਪਰੰਪਰਾਵਾਂ ਦੇ ਵਿਰੋਧ 'ਚ ਕੋਈ ਗੱਲ ਨਹੀਂ ਕਰ ਰਹੇ, ਪੂਰਾ ਸਤਿਕਾਰ ਕਰਦੇ ਹਾਂ ਅਸੀਂ। ਉਹਨਾਂ ਦੇ ਵਿੱਚੋਂ ਜਿਹੜੇ ਕੁਝ ਲੋਕ ਗਲਤ ਅਨਸਰ, ਜਿਵੇਂ ਉਦੋਂ ਬਾਬਾ ਸੰਤਾ ਸਿੰਘ ਨੂੰ ਵਰਤਿਆ ਗਿਆ ਬੂਟਾ ਸਿੰਘ ਦੇ ਰਾਹੀਂ ਕੇਂਦਰ ਦੀ ਸਰਕਾਰ ਵੱਲੋਂ ਅਕਾਲ ਤਖਤ ਵਾਲਾ, ਤੇ ਸਿੱਖ ਪੰਥ ਨੇ ਉਹਨੂੰ ਨਕਾਰ ਦਿੱਤਾ ਔਰ ਦੁਬਾਰਾ ਉਹਦੀ ਉਸਾਰੀ ਕੀਤੀ। ਹਾਂ, ਕਈ ਸਾਲਾਂ ਬਾਅਦ ਉਹਨਾਂ ਨੂੰ ਸ਼ਾਮਲ ਕੀਤਾ ਦੁਬਾਰਾ ਸਿੱਖ ਪੰਥ ਦੇ ਵਿੱਚ, ਉਹਦੀ ਉਸਾਰੀ ਕੀਤੀ ਦੁਬਾਰਾ। ਹਾਂਜੀ, ਇਸੇ ਤਰ੍ਹਾਂ ਉਸਾਰੀ ਵੀ ਦੁਬਾਰਾ ਕੀਤੀ, ਬਾਬਾ ਜੀ ਨੂੰ ਵੀ ਛੇਕ ਦਿੱਤਾ ਸੀ। ਹਾਂਜੀ, ਔਰ ਜਿਸ ਤਰੀਕੇ ਨਾਲ ਰਿਲੇਸ਼ਨ ਜੁੜ ਰਹੇ ਨੇ, ਕੜੀਆਂ ਜੁੜ ਰਹੀਆਂ ਨੇ। ਪੂਲਾ ਨਿਹੰਗ ਇੱਕ ਮਹਾ ਮਤਲਬ ਘਟੀਆ ਬੰਦਾ ਉਹਨੂੰ ਕਹਿ ਸਕਦੇ ਆ, ਜਿਹਦੇ ਖਿਲਾਫ ਲੰਬਾ ਸਮਾਂ, ਖਾਸ ਕਰਕੇ ਕਰਨਲ ਬਲ ਨੇ ਜੀ, ਉਹਨਾਂ ਨੇ ਲੜਾਈ ਲੜੀ ਸੀ ਉਹਦੇ ਖਿਲਾਫ। ਹਾਂਜੀ, ਔਰ ਉਹਨਾਂ ਨੇ ਲੀਗਲ ਢੰਗ ਨਾਲ ਲੜਾਈ ਲੜੀ, ਅਖੀਰ 'ਚ ਉਹਨੂੰ ਜੇਲ੍ਹ ਜਾਣਾ ਪਿਆ, ਤੇ ਜੇਲ੍ਹ ਦੇ ਵਿੱਚ ਫਿਰ ਨੌਜਵਾਨਾਂ ਨੇ ਜਿਸ ਤਰ੍ਹਾਂ ਉਹਦਾ ਹਸ਼ਰ ਕੀਤਾ, ਅਸੀਂ ਉਹਦੀ ਪ੍ਰੋੜਤਾ ਵੀ ਨਹੀਂ ਕਰਦੇ ਕਿ ਵਿਅਕਤੀ ਨੂੰ ਤਾਂ ਮਾਰਦਾ ਹੈ। ਕਾਨੂੰਨੀ ਹੈ, ਇੱਕ ਬੰਦਾ ਆਲਰੇਡੀ ਸਜ਼ਾ ਕੱਟ ਰਿਹਾ, ਉਹਨੂੰ ਆਪਣੇ ਢੰਗ ਦੇ ਨਾਲ ਮਿਲਣ ਦਿੱਤੀ ਜਾਣੀ ਚਾਹੀਦੀ। ਕਾਨੂੰਨੀ ਤੌਰ ਤੇ ਜਿਹੜਾ ਸੀਗਾ ਉਹਨੂੰ ਆਖਰਕਾਰ ਸਲਾਖਾਂ ਦੇ ਪਿੱਛੇ ਜਾਣਾ ਪਿਆ ਸੀਗਾ। ਤੇ ਤਰੀਕਾਕਾਰ, ਅਸੀਂ ਸੱਭਿਆ ਸਮਾਜ 'ਚ ਰਹਿੰਦੇ ਆ, ਜੰਗਲ ਰਾਜ ਨਹੀਂ ਹੈ। ਕੋਈ ਵੀ ਵਿਅਕਤੀ
ਅਗਰ ਚਾਹੁੰਦਾ ਕਿ ਮੈਂ ਆਪਣੇ ਹੱਥ 'ਚ ਕਾਨੂੰਨ ਤੋਂ ਉੱਪਰ ਜਾ ਕੇ ਕਰ ਲੈਣਾ, ਚਾਹੇ ਉਹ ਕਿੱਡਾ ਵੀ ਵੱਡਾ ਬੰਦਾ ਹੋਵੇ, ਕਿੰਨਾ ਅਮੀਰ ਹੋਵੇ, ਕਿਸੇ ਵੀ ਧਰਮ ਫਿਰਕੇ ਨਾਲ ਸੰਬੰਧਿਤ ਹੋਵੇ, ਉਹਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਗਿੱਲ ਸਾਹਿਬ, ਆਪਾਂ ਇੱਕ ਪਾਸੇ ਮੌਬ ਲਿੰਚਿੰਗ ਹੈ ਉਹਦੀ ਅਸੀਂ ਕ੍ਰਿਟੀਸਾਈਜ਼ ਉਹਨੂੰ ਕਰਦੇ ਆਏ ਹਾਂ, ਹੈ ਨਾ, ਨਿੰਦਾ ਕਰਦੇ ਆਏ ਹਾਂ ਵੀ ਉਹ ਵੀ ਗਊ ਦਾ ਮੀਟ ਹੈ ਜੀ, ਜਾਂ ਗਊ ਹੱਤਿਆ ਦਾ ਨਾਂ ਲਾ ਕੇ ਕਿੰਨੇ ਨੌਜਵਾਨਾਂ ਨੂੰ ਮਾਰਿਆ ਗਿਆ ਹੁਣ ਤੱਕ, ਦਲਿਤਾਂ ਨੂੰ ਵੀ ਤੇ ਮੁਸਲਮਾਨ ਨੌਜਵਾਨਾਂ ਨੂੰ ਵੀ। ਤੇ ਫਿਰ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਕ੍ਰਿਟੀਸਾਈਜ਼ ਕਰਾਂਗੇ? ਇਹ ਵੀ ਉਸੇ ਕਿਸਮ ਦੀ ਗੱਲ ਹੈ ਨਾ, ਇਹ ਉਸੇ ਕਿਸਮ ਦੀ ਗੱਲ ਹੈ। ਤੇ ਫਿਰ ਸ਼ੱਕ ਤਾਂ ਉੱਥੋਂ ਪੈਦਾ ਵੀ ਹੁੰਦਾ ਵੀ ਕੀ ਪਤਾ ਇਹ ਸਰਕਾਰ ਦੀ ਗਿਣੀ ਮਿੱਥੀ ਇੱਕ ਕੋਈ ਸਾਜ਼ਿਸ਼ ਸੀ, ਕਿਉਂਕਿ 2-3 ਮਿੰਟ ਦਾ ਫਾਸਲਾ ਹੈ ਜਿੱਥੇ ਸਿਕਿਉਰਿਟੀ ਫੋਰਸਿਸ ਬੈਠੀਆਂ ਨੇ। ਉਹ ਕਹਿੰਦੇ ਆ ਵੀ 5 ਵਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਘਟਨਾ ਹੋ ਗਈ, ਤੇ 5:35 ਤੇ ਇਹਦਾ ਬੰਦੇ ਦਾ ਮਰਡਰ ਕੀਤਾ ਜਾਂਦਾ ਜਾਂ ਇਹਨੂੰ ਸੋਧਿਆ ਜਾਂਦਾ ਕਹੀਏ ਜੇ ਉਹਨਾਂ ਦੀ ਲੈਂਗੁਏਜ ਦੇ ਵਿੱਚ। ਤੇ ਉਹ 5:35 ਤੱਕ ਕੋਈ ਵੀ ਨਹੀਂ ਆਇਆ ਹੈਗਾ ਉੱਥੇ, ਉਦੋਂ ਬਾਅਦ ਆਏ ਨੇ ਉਹ। ਇਹ ਇਲਜ਼ਾਮ ਤੇ ਕਿਸਾਨ ਜਥੇਬੰਦੀਆਂ ਤੇ ਵੀ ਲਾਉਂਦੇ ਨਾ ਜੀ, ਤੁਹਾਡੇ ਵਲੰਟੀਅਰ ਕਿੱਥੇ ਸੀ, ਤੁਸੀਂ ਕਿਉਂ ਨਹੀਂ ਰੋਕਿਆ? ਹਾਲਾਂਕਿ ਉਹ ਨਹੀਂ, ਉਹ ਨਿਹੰਗ ਸਿੰਘਾਂ ਦੇ ਡੇਰੇ 'ਚ ਉਹਨਾਂ ਦਾ ਕੀ ਮਤਲਬ? ਹਾਂਜੀ, ਹੈ ਨਾ, ਉਹੀ ਨਾ, ਉਹ ਕਿਉਂਕਿ ਤੁਸੀਂ ਆਮ ਵੀ ਦੇਖੋ, ਤੁਸੀਂ ਕਦੇ ਜਾ ਕੇ ਵੜੇ ਹੋ ਨਿਹੰਗ ਸਿੰਘਾਂ ਦੇ ਡੇਰੇ 'ਚ? ਨਹੀਂ, ਕੋਈ ਵੀ ਜਾਂਦਾ, ਆਮ ਲੋਕੀ ਨਹੀਂ ਜਾਂਦੇ ਹੈਗੇ ਉੱਥੇ ਆਪਣਾ ਮਤਲਬ। ਬਿਲਕੁਲ, ਕਿਉਂਕਿ ਉਹਨਾਂ ਦਾ ਇੱਕ ਖਾਸ ਕਿਸਮ ਦਾ ਆਪਣਾ ਇੱਕ ਔਰਾ ਬਣਿਆ ਹੋਇਆ ਕਹਿ ਲਓ, ਤੁਸੀਂ ਇੱਕ ਭੈ ਬਣਿਆ ਹੋਇਆ ਕਹਿ ਲਓ, ਕੁਛ ਕਹਿ ਲਓ, ਆਮ ਲੋਕ ਤਾਂ ਨਹੀਂ ਮਿਲਣ ਜਾਂਦੇ ਹੈਗੇ ਉੱਥੇ। ਅੱਛਾ ਡਾਕਟਰ ਸਾਹਿਬ, ਜਿੱਦਾਂ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਇਹ ਅਸਲ 'ਚ ਤੇ ਅਜੇ ਭੇਦ ਖੁੱਲਦੇ ਆ। ਹਾਂਜੀ, ਇੱਕ ਗੱਲ ਬੜੀ ਪਪੂਲਰ ਹੋਈ ਸੀ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿ ਕਲਾ ਵਰਤਗੀ, ਉੱਥੇ ਕਲਾ ਵਰਤਗੀ ਵਾਲਾ ਇੱਕ ਬ੍ਰਿਤਾਂਤ ਬਣਾਇਆ ਸੀਗਾ, ਬੈਠੇ ਭਕਾਈ ਮਾਰੀ ਜਾਂਦੇ ਨੇ। ਨਹੀਂ, ਹੁਣ ਉਲਟੀ ਗੱਲ ਇਹ ਹੋ ਰਹੀ ਆ। ਹੁਣ ਲੋਕੀ ਕਹਿੰਦੇ ਕਿ ਸੱਚਮੁੱਚ ਭਾਵੇਂ ਤੁਹਾਡਾ ਵਿਸ਼ਵਾਸ ਹੋਵੇ ਨਾ ਹੋਵੇ, ਕਲਾ ਕਿਤੇ ਰੱਬ ਦੀ ਹੈ, ਕਿਉਂਕਿ ਸੱਚਾਈ ਨਾਲ ਖੜਦੇ ਆ ਜਿਹੜੀ ਚੀਜ਼ ਹੈ। ਤੇ ਕਲਾ ਇਹ ਵਰਤਦੀ ਆ ਕਿ ਜਿਹੜੀਆਂ ਚਾਲਾਂ, ਕੁਝੀਆਂ ਚਾਲਾਂ ਚੱਲਦੇ ਆ ਕੇਂਦਰ ਦੀ ਸਰਕਾਰ ਤੇ ਉਹਦੀ ਏਜੰਸੀਆਂ, ਉਹ 24 ਘੰਟੇ ਵੀ ਨਹੀਂ ਹੁੰਦੀ ਕਿ ਉਹਦਾ ਭਾਂਡਾ ਭੱਜ ਜਾਂਦਾ ਤੇ ਸੱਚਾਈ ਸਾਹਮਣੇ ਆ ਜਾਂਦੀ ਆ। ਭਾਂਡਾ ਤੇ ਇਸ ਕਰਕੇ ਭੱਜ ਜਾਂਦਾ ਨਾ ਕਿਉਂਕਿ ਕਿਸਾਨ ਨਹੀਂ ਉਹ ਕਰ ਰਹੇ ਹੈਗੇ। ਜਾਨੀ ਕਿ ਇਹ ਕਲਾ ਵਰਤਣੀ ਆ, ਚਾਹੇ ਉਹਨੂੰ ਅਸੀਂ ਮਟੀਰੀਅਲਿਸਟਿਕ ਅਪਰੋਚ ਦੇ ਢੰਗ ਨਾਲ ਵੇਖ ਲਈਏ ਜਾਂ ਉਹਨੂੰ ਧਾਰਮਿਕ ਕੀਤੇ ਨਾਲ ਵੇਖ ਲਈਏ। ਇਹ ਕਲਾ ਹੀ ਹੈ ਨਾ ਕਿ ਖੁਫੀਆ ਏਜੰਸੀਆਂ ਇੱਕ ਕਾਰਾ ਕਰਦੀਆਂ ਬੜੇ ਤਰੀਕੇ ਨਾਲ, ਤੇ ਉਹ 5-7 ਘੰਟੇ ਵੀ ਨਹੀਂ ਹੁੰਦੇ ਕਿ ਉਹਦੇ ਪੋਲ ਖੁੱਲ ਜਾਂਦੇ ਆ, ਬਿਲਕੁਲ। ਹੁਣ ਇੱਕ ਵਾਰ ਬੰਦੇ ਨੂੰ ਵਰਤਿਆ ਗਿਆ, ਨਿਹੰਗ ਸਿੰਘ ਅਮਨ ਸਿੰਘ ਨੂੰ। ਅਮਨ ਸਿੰਘ ਨੇ ਆਪਣੀ ਵੱਲੋਂ ਬੜਾ ਦਾਅਵੇ ਨਾਲ ਕਿਹਾ ਕਿ ਜਿਹੜੇ ਅਸੀਂ ਜੀ ਬੜੇ ਮਾਣ ਨਾਲ ਕਹਿੰਦੇ ਆ ਕਿ ਅਸੀਂ ਕੀਤਾ ਤੇ ਅਸੀਂ ਉਹਦੀ ਸਜ਼ਾ ਵੀ ਭੁਗਤਾਂਗੇ, ਉਹ ਵੀ ਕਰਾਂਗੇ, ਸਰੈਂਡਰ ਵੀ ਕਰ ਦਿੱਤਾ। ਅੱਛਾ, ਹੁਣ ਉਸੇ ਨਿਹੰਗ ਸਿੰਘ ਤੇ ਆ ਰਿਹਾ ਕਿ 9 ਕੁਇੰਟਲ ਭੁੱਕੀ ਦਾ ਕੇਸ ਉਹਦੇ ਉੱਤੇ ਆ। ਹਾਂਜੀ, ਆਲਰੇਡੀ ਉਹ ਮੈਂ ਵੀ ਅੱਜ ਅਖਬਾਰ 'ਚ ਖਬਰ ਪੜ੍ਹ ਰਹੀ ਸੀ, ਵੱਡਾ ਸਾਰਾ ਹੈਡਿੰਗ ਲੱਗਿਆ ਹੋਇਆ। ਮੈਂ ਪੂਰੀ ਖਬਰ ਤਾਂ ਨਹੀਂ ਪੜ੍ਹੀ, ਪਰ ਨਹੀਂ, ਫਿਰ ਦੇਖੋ ਕਿਤੇ ਨਾ ਕਿਤੇ ਜਿਹੜੀ ਉਹ ਕ੍ਰਿਮੀਨਲ ਗੱਲਾਂ ਨੇ ਉਹ ਕਿਤੇ ਨਾ ਕਿਤੇ ਤੇ ਜੁੜੀਆਂ ਹੁੰਦੀਆਂ। ਮੈਂ ਤੁਹਾਨੂੰ ਦੱਸਿਆ ਨਾ ਵੀ ਇੱਕ ਲੋਕ ਨੇ ਜਿਹੜੇ ਪੂਰੀ ਸ਼ਰਧਾ ਦੇ ਨਾਲ ਆਉਂਦੇ ਨੇ ਜਥੇਬੰਦੀ ਦੇ ਵਿੱਚ, ਹੈ ਨਾ, ਤੇ ਦੂਜੇ ਲੋਕ ਉਹ ਨਹੀਂ ਜਿਹੜੇ ਉਹ ਬਹੁਤ ਸਾਰਿਆਂ ਦੇ ਤੁਸੀਂ ਨਾਮ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਪਤਾ ਨਹੀਂ, ਜੇ ਤੁਹਾਡੇ ਕੋਲ ਟਾਈਮ ਹੈ ਮੈਂ ਸੁਣਾ ਦਿੰਦੀ। ਹਾਂਜੀ, ਕੋਈ ਨਹੀਂ, ਹੈਗੇ 2 ਮਿੰਟ ਜੀ। ਬਠਿੰਡੇ ਵਾਲੀ ਸਾਈਡ ਤੋਂ ਕੋਈ ਬੰਦਾ ਨਿਹੰਗ ਸਿੰਘ ਦੇ ਭੇਸ ਦੇ ਵਿੱਚ ਜੰਡ ਸਾਹਿਬ ਗੁਰਦੁਆਰਾ ਚਮਕੌਰ ਸਾਹਿਬ ਦੇ ਨੇੜੇ ਉੱਥੇ ਸਰਦੀਆਂ ਦੇ ਮਹੀਨੇ ਬੈਠਾ ਸੀ। ਅੱਛਾ, ਮੇਰੇ ਨਾਨਕੇ ਦਾ ਹੈਗਾ ਬੜਾ ਮਖੜਾਉਣਾ, ਚੰਨੀ ਸਾਹਿਬ ਦਾ ਪਿੰਡ ਹੈ, ਤੇ ਪਰ ਉੱਥੋਂ ਜ਼ਮੀਨ ਵੇਚ ਕੇ ਜਸੜਾ ਪਿੰਡ ਹੈ ਬੇਲੇ ਦੇ ਕੋਲ, ਉੱਥੇ ਜ਼ਮੀਨ ਲਈ ਹੋਈ ਹੈ ਜੀ। ਤੇ ਉਹ ਸਿਆਲ ਦੇ ਮਹੀਨੇ ਉਹਨੇ ਬਾਹਰ ਧੂਣਾ ਸੇਕਦਾ ਹੁੰਦਾ ਸੀ ਉਹ ਆਪਣਾ। ਮੇਰੇ ਮਾਮਾ ਜੀ ਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਫੌਜ ਚੋਂ ਆਏ ਸੀ, ਉਹ ਉਹਨਾਂ ਨਾਲ ਨਿਹੰਗਾਂ ਸਿੰਘਾਂ ਨਾਲ ਲਗਾਓ ਜਿਵੇਂ ਬਹੁਤ ਸਾਰੀਆਂ ਬਾਣੀਆਂ ਜਾਪ ਸਾਹਿਬ ਕੀ ਉਹਨਾਂ ਨੂੰ ਜ਼ਬਾਨੀ ਯਾਦ ਸੀਗੀਆਂ। ਤੇ ਉਹਨਾਂ ਨੇ ਕੀ ਕਰਨਾ, ਥੋੜੇ ਦਿਨਾਂ ਬਾਅਦ ਉਹ ਗੱਡੇ ਤੇ ਲੱਕੜਾਂ ਲੱਦ ਕੇ ਉਹਨੂੰ ਬਾਲਣ ਦੇ ਆਉਂਦੇ ਹੁੰਦੇ ਸੀਗੇ, ਪਾਥੀਆਂ ਤੇ ਲੱਕੜਾਂ, ਇਹ ਸੇਕਦਾ ਰਵੇ, ਉਹ ਰਸ ਪਾਣੀ ਪਚਾ ਦੇਣਾ। ਇੱਕ ਦਿਨ ਮਾਮਾ ਜੀ ਗਏ, ਉਹਨਾਂ ਦੀ ਜਾਣ ਤੋਂ ਪਹਿਲਾਂ ਹੀ ਉੱਥੇ ਪੁਲਿਸ ਦਾ ਘੇਰਾ ਪਿਆ ਹੋਇਆ ਸੀ, ਤੇ ਉਹ ਭੱਜਣ ਲੱਗਿਆ, ਉਹਦੇ ਦਮਾਲੇ ਦੇ ਵਿੱਚੋਂ ਪਿਸਤੌਲ ਡਿੱਗ ਪਿਆ ਨੀਚੇ। ਓ ਅੱਛਾ ਜੀ। ਤੇ ਉਹ ਖੜੇ ਦੇਖਦੇ ਰਹੇ। ਫਿਰ ਉਹਨੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਕੀ ਗੱਲ ਹੈ, ਇਹ ਕੌਣ ਹੈ ਬੰਦਾ ਤੇ ਤੁਸੀਂ ਕਿਉਂ ਇਹਨੂੰ ਘੇਰਿਆ ਹੋਇਆ? ਉਹਨਾਂ ਨੇ ਦੱਸਿਆ ਵੀ ਇਹ ਬਠਿੰਡੇ ਵੱਲੋਂ ਖੂਨ ਕਰਕੇ ਭੱਜਿਆ ਹੋਇਆ ਤੇ ਨਿਹੰਗ ਸਿੰਘ ਦੇ ਭੇਸ ਦੇ ਵਿੱਚ ਹੈ ਇਹ। ਸੋ ਬਹੁਤ ਕਿਸਮ ਦੇ ਲੋਕ ਨੇ ਜਿਹੜੇ, ਹੈ ਨਾ, ਹੁਣ ਕਿਸਾਨਾਂ ਦੇ ਵਿੱਚ ਵੀ ਉਹਨਾਂ ਦਾ ਮੋਰਚਾ ਵਿਚਾਲਤ ਕਰਨ ਨੂੰ ਕਈ ਕਿਸਮ ਦੇ ਲੋਕ ਬੈਠੇ ਨੇ, ਹੈ ਨਾ। ਕਈ ਆਪਾਂ ਦੇਖਿਆ ਹੀ ਹੈ ਕਿਵੇਂ ਪ੍ਰਚਾਰ ਕਰਦੇ ਰਹੇ ਨੇ, ਕੀ ਕਰਦੇ ਰਹੇ ਨੇ, ਅਲਟੀਮੇਟਲੀ ਫਿਰ ਮਤਲਬ ਵੀ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਦੇ ਖਿਲਾਫ ਬੋਲਦੇ ਰਹੇ ਨੇ। ਇਸ ਤਰ੍ਹਾਂ ਇਹ ਜਿਹੜੀ ਪੈਨੀਟ੍ਰੇਸ਼ਨ ਹੈ ਉਹ ਕਿਸੇ ਵੀ ਡੇਰੇ ਦੇ ਵਿੱਚ, ਕਿਸੇ ਵੀ ਸੰਸਥਾ ਦੇ ਵਿੱਚ, ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ
ਹੁੰਦੀ ਰਹਿੰਦੀ ਹੈ ਹਮੇਸ਼ਾ। ਸਰਕਾਰਾਂ ਨੇ ਆਪਣੇ ਕੰਮ ਵੀ ਇਦਾਂ ਹੀ ਕਰਨੇ ਹੁੰਦੇ ਨੇ, ਲੋਕਾਂ ਨੇ ਆਪਣੇ ਉਹ ਲੁਕਾਉਣ ਦੇ ਵਾਸਤੇ ਜਿਹੜੇ ਵੈਸੇ ਡਾਕਟਰ ਸਾਹਿਬ ਸਾਰੀਆਂ ਸਰਕਾਰਾਂ ਇਦਾਂ ਨਹੀਂ ਕਰਦੀਆਂ, ਲੋਕਤੰਤਰ 'ਚ ਸਰਕਾਰਾਂ ਨਹੀਂ ਨਹੀਂ ਕਰਦੀਆਂ। ਸਾਡੀ ਬਦਕਿਸਮਤੀ ਆ ਕਿ ਦੇਖੋ ਇਹ ਤਾਂ ਸਰਕਾਰ, ਇਹਨੂੰ ਆਪਾਂ ਲੋਕਤੰਤਰ ਹੀ ਕਹਿ ਹੀ ਨਹੀਂ ਸਕਦੇ, ਕਿਉਂਕਿ ਲੋਕਤੰਤਰ ਦਾ ਇਹਨਾਂ ਨੇ ਕੁਝ ਨਹੀਂ ਛੱਡਿਆ। ਹਾਂਜੀ ਹਾਂਜੀ ਲੋਕ ਤਾਂ ਸਾਰੇ ਤਾਂ ਇਹਨਾਂ ਨੇ ਮਤਲਬ ਹਿਊਮਨ ਰਾਈਟਸ ਨੇ ਕੀ ਇੰਡੀਵਿਜੂਅਲ ਦੇ ਉਹ ਹੈਗੇ ਨੇ, ਕੀ ਕੋਈ ਆਰਗੇਨਾਈਜੇਸ਼ਨ, ਸਾਰਾ ਕੁਝ ਤੇ ਤਬਾਹ ਕਰ ਦਿੱਤਾ, ਅਦਾਰੇ ਸਾਰੇ ਵੇਚ ਦਿੱਤੇ ਆ ਲੋਕਾਂ ਦੀ। ਤਾਂ ਗੱਲ ਹੀ ਕੋਈ ਵੀ ਸਰਕਾਰ ਹੁੰਦੀ, ਤੁਸੀਂ ਦੱਸੋ 10 ਮਹੀਨੇ 700 ਦੇ ਨੇੜੇ ਤੇੜੇ ਕਿਸਾਨ ਮਰ ਗਿਆ ਹੋਇਆ ਉੱਥੇ, ਹੈ ਸ਼ਹੀਦ ਹੋ ਗਿਆ ਹੋਇਆ, ਤੇ ਇੰਨੀ ਦੇਰ ਦੇ ਆਪਣੇ ਘਰ ਛੱਡ ਕੇ ਆਪਣੀ ਕਮਾਈ ਛੱਡ ਕੇ ਬੈਠਣਾ ਸੌਖਾ ਨਹੀਂ ਹੁੰਦਾ। ਇੱਕ ਟਰਾਲੀ ਜੇ ਸਪੋਜ਼ ਕੀਤਾ ਸਮਰਾਲੇ ਤੋਂ ਦਿੱਲੀ ਆਉਂਦੀ ਹੈ, 15,000 ਦਾ ਤੇਲ ਪੈਂਦਾ ਉਹਦੇ ਵਿੱਚ, ਟਰੈਕਟਰ ਦੇ ਵਿੱਚ, ਤੇ ਉਹ ਸੌਖਾ ਨਹੀਂ ਹੈ। ਕਿਸਾਨ ਤੇ ਅੱਗੇ ਹੀ ਟੁੱਟਿਆ ਹੋਇਆ, ਉਹ ਕਿਤੇ ਮਤਲਬ ਆਪਣੇ ਖੁਸ਼ ਨਾਲ ਨਹੀਂ ਉੱਥੇ ਬੈਠੇ, ਆਪਣੇ ਘਰ-ਬਾਰ ਛੱਡ ਕੇ ਇੰਨੇ ਬੰਦੇ ਮਰ ਰਹੇ ਨੇ। ਕੋਈ ਸਰਕਾਰ ਇੰਨੀ ਸੈਂਸਿਟਿਵ ਨਹੀਂ ਹੋ ਸਕਦੀ ਜਿੰਨੀ ਮੋਦੀ ਸਰਕਾਰ ਇਨਸੈਂਸਿਟਿਵ ਹੈ, ਕਿ ਉਹ ਦੇਖੇ ਹੀ ਨਾ ਵੀ ਆਪਣਾ ਮਤਲਬ ਆਪਣੀ ਉਹੀ ਰੱਟਾ ਲਾਈ ਜਾਵੇ ਵੀ ਹਾਂ ਬਿਲਕੁਲ। ਸਾਡਾ ਗਿਲਾ ਫਿਰ ਉਹ ਸਰਕਾਰ ਤੇ ਆ ਕੇ ਟਿਕ ਜਾਂਦਾ। ਸਮਾਂ ਸਾਡਾ ਹੋ ਗਿਆ ਇੱਥੇ, ਡਾਕਟਰ ਸਾਹਿਬ ਕੋ ਅਸੀਂ ਖਿਮਾ ਲੈਣੀ ਆ। ਅਸਲ ਵਿੱਚ ਸਾਨੂੰ ਬਹੁਤ ਸੰਜਮ ਨਾਲ, ਗੰਭੀਰਤਾ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਚਣਾ ਚਾਹੀਦਾ। ਫੌਰੀ ਤੌਰ ਤੇ ਆਪਣੇ ਜਿਹੜੇ ਆ ਵਿਚਾਰ ਜਿਹੜੇ ਆ ਉਹ ਨਹੀਂ ਪ੍ਰਗਟ ਕਰਨੇ ਚਾਹੀਦੇ, ਖਾਸ ਕਰਕੇ ਸੋਸ਼ਲ ਮੀਡੀਆ ਤੇ ਅਸੀਂ ਵੰਡੇ ਜਾਂਦੇ ਆ। ਜਿਹੜਾ ਲੋਕਾਂ ਨੂੰ ਪਤਾ ਹੈ ਕਿ ਸਾਨੂੰ ਲੜਾਉਣਾ ਬਹੁਤ ਸੌਖਾ ਹੈ, ਤੇ ਜਿਹੜੇ ਲੜਾਉਣ ਵਾਲੇ ਲੋਕ ਆ ਉਹਨਾਂ ਦੀਆਂ ਚਾਲਾਂ ਬੜੀਆਂ ਗੁੱਝੀਆਂ ਨੇ। ਉਹਨਾਂ ਨੂੰ ਸਮਝਣ ਲਈ ਸਾਨੂੰ ਠਰਮੇ ਨਾਲ ਸੋਚ ਕੇ, ਵਿਚਾਰ ਕਰਕੇ ਫਿਰ ਆਪਣੇ ਕਮੈਂਟ ਦੇਣੇ ਚਾਹੀਦੇ ਆ, ਤੇ ਨਾ ਹੀ ਕੁੱਦਣਾ ਚਾਹੀਦਾ ਇਮੀਡੀਏਟਲੀ ਇਸ ਯੁੱਧ ਵਿੱਚ। ਕਿਸਾਨ ਜਥੇਬੰਦੀਆਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਜਿਹੜਾ ਵੱਡਾ ਸੰਘਰਸ਼ ਵਿੱਢ ਕੇ ਬੈਠੀਆਂ ਹੋਈਆਂ ਨੇ, ਉਹਨਾਂ ਦੀ ਟੱਕਰ ਇੱਕ ਐਸੀ ਸਟੇਟ ਨਾਲ ਆ ਜਿਹੜੀ ਬੇਅਸੂਲੀ ਤੇ ਇੱਕ ਕਿਸਮ ਦੀ ਨਿਰਦਈ ਸਟੇਟ ਹੈ, ਜਿਹਨੂੰ ਫਾਸ਼ੀਵਾਦੀ ਸਰਕਾਰ ਵੀ ਅਸੀਂ ਕਹਿ ਸਕਦੇ ਹਾਂ। ਤੇ ਉਹਦੀਆਂ ਜਿਹੜੀਆਂ ਗੁੱਝੀਆਂ ਚਾਲਾਂ ਨੇ, ਉਹਨਾਂ ਨੂੰ ਸਮਝਣ ਲਈ ਸਾਨੂੰ ਆਪਣੀਆਂ ਅੱਖਾਂ ਤੇ ਦਿਮਾਗ ਖੁੱਲ੍ਹਾ ਰੱਖਣ ਦੀ ਜ਼ਰੂਰਤ ਹੈ। ਅੱਜ ਦੇ ਦਿਨ ਇੰਨਾ ਹੀ। ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।